ਸਵਈਆ ਛੰਦ ਹਿਮ ਵਿਚਾਰ ਗੁਰ ਬੋਲੇ ਸ਼੍ਰੀ ਗੁਰ ਹਮ ਲਾਹੌਰ ਤੁਝ ਦੇ ਨ ਜਾਨ ਰਾਖੈ ਵੈਰ ਮ੍ਰਿਤਕ ਪਾਵੈ ਅਵਗਤ ਮਰੈ ਹੋਏ ਹੈਰਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਆ ਕਰ ਨਾਉ ਨਿਦ ਆਵੈ ਧਾਇ ਸਭ ਥਾਈ ਹੋਏ ਸਹਾਇ। ਐਸ ਦੀਨ ਦਇਆਲ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਚਾਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ 10 पातशाहियों के आत्मक स्वरूप जागत जोत हाजरा जहूर जहरा जहूर सर्व कला भरपूर धन धन श्री गुरु ग्रंथ साहिब पातशाह जी की पावन पवित्र हजूरी अंदर पिछले पहर दे सजे हुए सुंदर सचखंड दीवाना दे विच जुड़ बैठे गुरु रूप गुरु खालसा साध संगत जीओ वड्डे भाग हन जो आप जी नेता व्रत गुरचरणा दे विच जुड़ करके अमृत बाणी हर हर तेरी सुन सुन होवै परम गत मेरी जालन बुझी शीतल होए मनुआ सतगुरु का दर्शन पाए जियो। ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਔਰ ਇਤਿਹਾਸਕ ਵਿਚਾਰਾਂ ਨੂੰ ਸਰਵਣ ਕਰਕੇ ਜੀਵਨ ਔਰ ਸਵਾਸਾਂ ਨੂੰ ਸਫਲਿਆਂ ਕਰਦੇ ਹੋ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਆਪ ਜੀਆਂ ਨੇ ਰੱਬੀ ਬਾਣੀ ਦੇ ਸ਼ਬਦ ਕੀਰਤਨ ਸਰਵਣ ਕੀਤੇ ਹਨ। ਉਪਰੰਤ ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰਦਾ ਕੱਲ ਦੇ ਪ੍ਰਕਰਣ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ ਕਿ ਲਾਹੌਰ ਦੇ ਵਾਸੀ ਕਾਨਾ पीलो छज्जू शाह हुसैन श्री अमृतसर साहिब धन गुरु अर्जन देव पातशाह जी कोल पहुंचे ने सतगुरु जी नाल मिलाप होया आउण दा कारण पुछया सतगुरु पातशाह जी ने कहन लगे आप जी एक ग्रंथ तैयार कर रहे हो जिस विच गुरु साहिबान दी बाणी लिखवा रहे हो
ਔਰ ਭਗਤ ਸਾਹਿਬਾਨ ਦੀ ਬਾਣੀ ਵੀ ਲਿਖਵਾ ਰਹੇ ਹੋ। ਇਹ ਸੁਣ ਕਰਕੇ ਅਸੀਂ ਆਪ ਜੀ ਕੋਲ ਆਏ ਹਾਂ। ਜਿਹੜੇ ਭਗਤਾਂ ਦੀ ਬਾਣੀ ਤੁਸੀਂ ਲਿਖਵਾ ਰਹੇ ਹੋ, ਉਹ ਤਾਂ ਹੁਣ ਸਰੀਰ ਕਰਕੇ ਸੰਸਾਰ ਦੇ ਵਿੱਚ ਨਹੀਂ ਹਨ। ਨਾ ਉਹਨਾਂ ਦਾ ਘਰ, ਨਾ ਪਰਿਵਾਰ, ਨਾ ਸੰਸਾਰ ਵਿੱਚ ਉਹ ਕੋਈ ਬਹੁਤੇ ਪ੍ਰਸਿੱਧ ਹੋਏ ਨੇ। ਬਹੁਤਾ ਉਹਨਾਂ ਦੇ ਬਾਰੇ ਕੋਈ ਜਾਣਦਾ ਵੀ ਨਹੀਂ। ਤੇ ਜਿਹੜੇ ਸਰੀਰ ਕਰਕੇ ਹੁਣ ਸੰਸਾਰ ਵਿੱਚ ਨਹੀਂ, ਉਹਨਾਂ ਦੀ ਤੁਸੀਂ ਬਾਣੀ ਲਿਖਵਾ ਰਹੇ ਹੋ। ਤੇ ਜਿਹੜੇ ਅਸੀਂ ਸਰੀਰ ਕਰਕੇ ਸੰਸਾਰ ਵਿੱਚ ਆ ਤੇ ਜਗਤ ਵਿੱਚ ਪ੍ਰਸਿੱਧ ਵੀ ਆ, ਤੁਸੀਂ ਸਾਨੂੰ ਯਾਦ ਹੀ ਨਹੀਂ ਕੀਤਾ, ਸਾਨੂੰ ਬੁਲਾਇਆ ਹੀ ਨਹੀਂ। ਸਾਡੀ ਬਾਣੀ ਤੁਸੀਂ ਦਰਜ ਨਹੀਂ ਕਰਵਾ ਰਹੇ। ਜਿਹੜੇ ਭਗਤਾਂ ਦੀ ਤੁਸੀਂ ਬਾਣੀ ਦਰਜ ਕਰਵਾਈ ਹੈ, ਨਾ ਹਿੰਦੂ ਮਤ ਵਾਲੇ ਉਹਨੂੰ ਠੀਕ ਸਮਝਣਗੇ, ਨਾ ਮੁਸਲਮਾਨਾਂ ਨੇ ਵੀ ਇਸ ਗੱਲ ਨੂੰ ਠੀਕ ਨਹੀਂ ਸਮਝਣਾ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਅਸੀਂ ਗੁਰੂ ਸਾਹਿਬਾਨ ਦੀ ਬਾਣੀ ਦਰਜ ਕਰਵਾਈ ਹੈ। ਉਹ ਭਗਤ ਸਾਹਿਬਾਨ ਚੱਲ ਕੇ ਆਏ। ਅਸੀਂ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਜਿਹੜੀ ਰਚਨਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਵਿਚਾਰਧਾਰਾ ਨਾਲ ਮੇਲ ਖਾਂਦੀ ਹੋਵੇਗੀ, ਜਿਹੜੀ ਗੁਰੂ ਸਾਹਿਬਾਨ ਦੀ ਬਾਣੀ ਨਾਲ ਮਿਲਦੀ ਹੋਵੇਗੀ, ਉਹ ਬਾਣੀ ਅਸੀਂ ਗ੍ਰੰਥ ਦੇ ਵਿੱਚ ਲਿਖਵਾਵਾਂਗੇ। ਤੇ ਤੁਸੀਂ ਵੀ ਆਪਣੀ ਰਚਨਾ ਸੁਣਾਓ। ਜੇ ਗੁਰੂ ਨਾਨਕ ਦੀ ਵਿਚਾਰਧਾਰਾ ਨਾਲ ਮਿਲਦੀ ਹੋਈ ਤਾਂ ਅਸੀਂ ਜ਼ਰੂਰ ਦਰਜ ਕਰਵਾਵਾਂਗੇ। ਹੁਣ ਕਾਨ੍ਹਾ ਇਹ ਆਪਣੇ ਆਪ ਨੂੰ ਕ੍ਰਿਸ਼ਨ ਦਾ ਅਵਤਾਰ ਵੀ ਦੱਸਦਾ ਸੀ। ਹੰਕਾਰੀ ਬਿਰਤੀ ਦਾ ਮਾਲਕ ਸੀ। ਮਨ ਅੰਦਰ ਬੜਾ ਖੁਸ਼ ਹੋਇਆ ਕਿ ਸਤਿਗੁਰੂ ਜੀ ਤਾਂ ਸਾਡੇ ਅਨੁਸਾਰੀ ਹੋ ਗਏ ਨੇ। ਹੁਣ ਇਹਨੇ ਆਪਣੀ ਜਿਹੜੀ ਰਚਨਾ ਸੀ ਉਹ ਸੁਣਾਉਣੀ ਆਰੰਭ ਕੀਤੀ। ਉਹੀ ਨੇ ਮੈਂ ਉਹੀ ਰੇ, ਜਾ ਕੋ ਵੇਦ ਪ੍ਰਾਣ ਖੋਜ ਸਭ ਹਾਰੇ। ਕਿ ਮੈਂ ਹੀ ਉਹ ਖੁਦਾ, ਮੈਂ ਹੀ ਬ੍ਰਹਮ ਹਾਂ। ਜਾ ਕੋ ਵੇਦ ਪੁਰਾਣ ਸਭ ਗਾਵਾਂ, ਖੋਜਤ ਖੋਜ ਨਾ ਕੋਈ ਰੇ। ਜਿਹਨੂੰ ਵੇਦ ਪੁਰਾਣ ਵੀ ਗਾਉਂਦੇ ਨੇ, ਜਿਹਨੂੰ ਖੋਜਦੇ ਆ, ਸਾਰਾ ਸੰਸਾਰ ਵਿੱਚ ਲੱਗੇ ਹੋਏ ਨੇ, ਪਰ ਉਹਦੇ ਕੋਈ ਭੇਦ ਨਹੀਂ ਜਾਣ ਸਕਿਆ, ਉਹਨੂੰ ਖੋਜ ਨਹੀਂ ਸਕਿਆ। ਤੇ ਜਿਹਨੂੰ ਨਾਰਦ ਵਰਗੇ, ਸਰਸਵਤੀ ਵਰਗੇ, ਬ੍ਰਹਮਾ, ਵਿਸ਼ਨੂੰ, ਸ਼ਿਵਜੀ ਵਰਗੇ ਵੀ ਅਰਾਧਦੇ ਫਿਰਦੇ ਨੇ, ਉਹਦੀ ਸੇਵਾ ਕਰਦੇ ਫਿਰਦੇ ਨੇ। ਮੈਂ ਉਹ ਸਰੂਪ ਹਾਂ, ਉਹਦਾ ਹੀ ਸਰੂਪ ਹਾਂ। ਸੋ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਵਾਹਿਗੁਰੂ ਪਰਮੇਸ਼ਰ ਤਾਂ ਦੁਨੀਆਂ ਵਿੱਚ ਨਹੀਂ ਆਉਂਦਾ, ਤੇ ਇਸ ਕਰਕੇ ਰਚਨਾ ਜਿਹੜੀ ਤੂੰ ਬਣਾਈ ਹੈ, ਜੋ ਸਰਵਣ ਕਰਵਾਈ ਹੈ, ਇਹਦੇ ਵਿੱਚ ਹੰਕਾਰ ਦੀ ਬੋ ਆਉਂਦੀ ਹੈ। ਜਿਹੜਾ ਵੀ ਇਹਨੂੰ ਪੜ੍ਹੇਗਾ, ਜਿਹੜਾ ਵੀ ਇਹਨੂੰ ਸੁਣੇਗਾ, ਉਹਨੂੰ ਮੁਕਤੀ ਤੱਕ ਹੀ ਪ੍ਰਾਪਤ ਹੋਣੀ ਆ। ਉਹਦੇ ਅੰਦਰ ਹੰਕਾਰ ਹੋਰ ਜ਼ਿਆਦਾ ਵੱਧ ਜਾਵੇਗਾ, ਵਿਕਾਰਾਂ ਵਾਲੇ ਪਾਸੇ ਜਾਵੇਗਾ। ਸਤਿਗੁਰੂ ਪਾਤਸ਼ਾਹ ਜੀ ਨੇ ਉਦਾਹਰਣਾਂ ਦੇ ਕੇ ਵੀ ਸਮਝਾਇਆ। ਜਿਵੇਂ ਕਫ ਦਾ ਰੋਗੀ ਹੋਵੇ, ਖਾਂਸੀ ਦਾ ਰੋਗੀ ਹੋਵੇ, ਤੇ ਉਹਦੇ ਲਈ ਘਿਓ ਜਿਹੜਾ ਉਹ ਜ਼ਹਿਰ ਸਮਾਨ ਹੈ। ਤੇ ਜੇਕਰ ਉਹੀ ਘਿਓ ਦੇ ਵਿੱਚ ਮਿਸ਼ਰੀ ਮਿਲਾ ਕੇ ਦੇਈਏ ਤੇ ਉਹਦੇ ਲਈ ਅੰਮ੍ਰਿਤ ਬਣ ਜਾਂਦੀ ਹੈ। ਇਸੇ ਤਰ੍ਹਾਂ ਜੇਕਰ ਕੇਵਲ ਬ੍ਰਹਮ ਗਿਆਨ ਹੈ, ਉਹਦੇ ਵਿੱਚ ਭਗਤੀ ਰੂਪ ਮਿਸ਼ਰੀ ਨਹੀਂ ਮਿਲੀ, ਤਾਂ ਉਹ ਉਹਦੇ ਲਈ ਗੁਣਕਾਰੀ ਹੋਣ ਦੇ ਥਾਂ ਔਗਣਕਾਰੀ ਬਣ ਜਾਵੇਗਾ। ਇਹ ਸੁਣ ਕੇ ਨਿਰੁੱਤਰ ਹੋ ਗਿਆ ਤੇ ਗੁੱਸੇ ਵਿੱਚ ਆਇਆ। ਕਹਿਣ ਲੱਗਾ, ਤੁਸੀਂ ਮੇਰਾ ਨਿਰਾਦਰ ਕੀਤਾ ਹੈ, ਮੇਰਾ ਸਤਿਕਾਰ ਨਹੀਂ ਕੀਤਾ। ਤੁਹਾਡਾ ਤੁਰਕਾਂ ਦੇ ਘਰ ਵਿੱਚ ਤੁਹਾਨੂੰ ਸਜ਼ਾ ਮਿਲੇਗੀ, ਤੁਹਾਡੀ ਮੌਤ ਹੋਵੇਗੀ, ਅੰਤ ਸਮੇਂ ਪਰਿਵਾਰ ਨਾਲ ਮਿਲਾਪ ਨਹੀਂ ਹੋਵੇਗਾ। ਐਸੇ ਕੋੜੇ ਬੋਲ ਜਿਹੜੇ ਸੁਣੋ ਬੋਲਣ ਲੱਗਾ। ਸਤਿਗੁਰੂ ਪਾਤਸ਼ਾਹ ਜੀ ਨੇ ਦੇਖਿਆ ਕਿ ਹੁਣ ਇਹਦੇ ਸਿਰ ਤੇ ਹੰਕਾਰ ਚੜ ਕੇ ਬੋਲ ਰਿਹਾ। ਹੰਕਾਰ ਨਾਲ ਇਹ ਆਫਰ ਚੁੱਕਾ ਹੈ। ਜਿਹਦਾ ਹੰਕਾਰ ਦੂਰ ਨਾ ਕੀਤਾ ਤੇ ਹੰਕਾਰ ਦੇ ਨਾਲ ਹੀ ਪਾਟ ਜਾਵੇਗਾ। ਤਾਂ ਹੰਕਾਰ ਕਰਨਾ, ਦੂਰ ਕਰਨਾ ਬਹੁਤ ਜ਼ਰੂਰੀ ਹੈ। ਸਹਿਜ ਸੁਭਾਅ ਸਤਿਗੁਰੂ ਪਾਤਸ਼ਾਹ ਜੀ ਦੇ ਮੁਖ ਦੇ ਵਿੱਚੋਂ ਬਚਨ ਨਿਕਲੇ
ਕਿ ਅਸੀਂ ਤੈਨੂੰ ਲਾਹੌਰ ਹੀ ਨਹੀਂ ਪਹੁੰਚਣ ਦੇਣਾ, ਰਸਤੇ ਵਿੱਚ ਹੀ ਰੱਖ ਲੈਣਾ ਹੈ। ਤੇ ਹੁਣ ਆਓ ਇਥੋਂ ਕਿਵੇਂ ਫਿਰ ਦੱਸਦਾ ਕਿ ਮੇਰੀ ਤਾਂ ਉਮਰ ਬਹੁਤ ਲੰਬੀ ਹੈ, ਕੁਝ ਵਿਗਾੜ ਨਹੀਂ ਸਕਦੇ ਅਗਲੇਰੇ ਇਸ ਪ੍ਰਕਰਨ ਨਾਲ ਜੁੜਨ ਲਈ, ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਛੰਦ ਏਮ ਵਿਚਾਰ ਉਰ ਬੋਲੇ ਸ਼੍ਰੀ ਗੁਰ, ਹਮ ਲਾਹੌਰ ਤੁਝ ਦੇ ਨ ਜਾਨ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਜਦੋਂ ਕਾਨੇ ਨੇ ਆ ਕਰਕੇ ਹੰਕਾਰ ਵਿੱਚ ਬਹੁਤ ਐਸੇ ਬੋਲ ਬੋਲੇ, ਤੇ ਇਹਦੇ ਬੋਲ ਸੁਣ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਦੇਖਿਆ ਕਿ ਹੰਕਾਰੀ ਮਤ ਵਾਲਾ ਹੰਕਾਰ ਧਾਰਨ ਕਰਕੇ ਬੋਲ ਰਿਹਾ ਹੈ, ਤੇ ਇਹਦਾ ਹੰਕਾਰ ਦੂਰ ਕਰਨਾ ਬਹੁਤ ਜ਼ਰੂਰੀ ਹੈ। ਕਿਉਂਕਿ ਇਹਨੇ ਭਗਤ ਸਾਹਿਬਾਨ ਜਿਹੜੇ ਨੇ ਉਹਨਾਂ ਨੂੰ ਵੀ ਆਪਣੇ ਤੋਂ ਨੀਵਾਂ ਕਰਕੇ ਜਾਣਿਆ, ਆਪਣੇ ਆਪ ਨੂੰ ਉਹਨਾਂ ਤੋਂ ਵੱਡਾ ਗਿਣਦਾ ਹੈ। ਸਹਿਜ ਸੁਭਾਅ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮੁਖ ਵਿੱਚੋਂ ਬਚਨ ਨਿਕਲੇ, ਕਹਿਣ ਲੱਗੇ ਕਿ ਅਸੀਂ ਤੈਨੂੰ ਲਾਹੌਰ ਪਹੁੰਚਣ ਹੀ ਨਹੀਂ ਦੇਣਾ। ਰਾਖੈ ਵੈਰ ਮ੍ਰਿਤ ਕੋ ਪਾਵੈ, ਅਵਗਤ ਮਰੈ ਹੋਏ ਹੈਰਾਨ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਰਸਤੇ ਵਿੱਚ ਹੀ ਤੈਨੂੰ ਰੱਖ ਲਵਾਂਗੇ, ਭੈੜੀ ਮੌਤ ਤੂੰ ਮਰੇਗਾ ਤੇ ਆਪਣੀ ਮੌਤ ਨੂੰ ਵੇਖ ਕੇ ਤੂੰ ਹੈਰਾਨ ਹੋਵੇਂਗਾ। ਸੁਨ ਕੈ ਪੁਨ ਕਾਨਾ ਪਨ ਬੈਨਨ, ਬਰਕ ਪੰਚ ਸੈ ਉਮਰ ਵਿਸਾਲ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਜਦੋਂ ਇਹ ਬਚਨ ਸੁਨੇ ਕਾਨੇ ਨੇ, ਤੇ ਸੁਣ ਕੇ ਕਹਿਣ ਲੱਗਾ ਕਿ ਮੇਰੀ ਉਮਰ 500 ਸਾਲ ਹੈ, ਬਹੁਤ ਲੰਬੀ ਮੇਰੀ ਉਮਰ ਹੈ, 500 ਸਾਲ ਤੱਕ ਮੈਂ ਅਜੇ ਜੀਵਤ ਰਹਿਣਾ, ਇੰਨੀ ਮੇਰੀ ਉਮਰ ਹੈ। ਵਿਘਨ ਅਨੇਕ ਸਮੀਪ ਨ ਆਵੈ, ਜੋਗ ਅਭਿਆਸ ਕਰੋ ਸਭ ਕਾਲ। ਤੇ ਮੈਂ ਜੋਗ ਕਰ ਲੈਣਾ ਤੇ ਅਭਿਆਸੀ ਆ, ਤੇ ਇਸ ਕਰਕੇ ਮੈਂ ਐਸਾ ਅਭਿਆਸ ਕਰਾਂਗਾ ਜਿਸ ਅਭਿਆਸ ਨੂੰ ਕਰਨ ਦੇ ਨਾਲ ਮੇਰੇ ਨੇੜੇ ਕੋਈ ਵੀ ਜਿਹੜਾ ਵਿਘਨ ਹੈ ਉਹ ਪਹੁੰਚ ਨਹੀਂ ਸਕੇਗਾ, ਕੋਈ ਵਿਘਨ ਮੇਰੇ ਨੇੜੇ ਨਹੀਂ ਆ ਸਕੇਗਾ। ਕਾਲ ਜਾਲ ਜੈ ਪੋਏ ਨ ਸਕੈ, ਅਸਮਨ ਮੈਂ ਬਾਤੋਂ ਸੰਭਾਲ। ਤੇ ਮੈਂ ਐਸੇ ਮੱਠ ਦੇ ਵਿੱਚ, ਐਸੀ ਮਠੇਲੀ ਕੁਟਿਆ ਦੇ ਵਿੱਚ ਬੈਠਾਂਗਾ ਜਿੱਥੇ ਕਾਲ ਮੇਰਾ ਕੁਝ ਵੀ ਵਿਗਾੜ ਨਹੀਂ ਸਕੇਗਾ, ਕਾਲ ਦਾ ਮੇਰੇ ਉੱਤੇ ਕੋਈ ਜ਼ੋਰ ਨਹੀਂ ਚੱਲ ਸਕੇਗਾ। ਮੈਂ ਅਚਲ ਹੋ ਕੇ ਐਸੇ ਮੱਠ ਦੇ ਵਿੱਚ ਬੈਠਾਂਗਾ। ਮੈਂ ਨਾ ਮਰੋ ਤੁਮ ਸ਼ਰਾਪ ਵਿਫਲ ਵੈ, ਦਸਮ ਦੁਆਰ ਕੋ ਕਰੋ ਸੰਭਾਲ। ਕਹਿਣ ਲੱਗਾ, ਤੁਸੀਂ ਜਿਹੜੇ ਬਚਨ ਕਹੇ ਨੇ ਕਿ ਤੈਨੂੰ ਰਸਤੇ ਵਿੱਚ ਹੀ ਰੱਖ ਲਵਾਂਗੇ, ਪਰ ਮੇਰੀ ਮੌਤ ਨਹੀਂ ਹੋਣੀ, ਮੈਂ ਨਹੀਂ ਮਰਾਂਗਾ, ਤੁਹਾਡੇ ਬਚਨਾਂ ਨਾਲ ਨਹੀਂ ਮਰਾਂਗਾ। ਤੁਹਾਡੇ ਕਹੇ ਹੋਏ ਬਚਨ ਜਿਹੜੇ ਨੇ ਉਹ ਨਿਫਲ ਚਲੇ ਜਾਣਗੇ, ਤੇ ਇਸ ਕਰਕੇ ਜਿਹੜੇ ਮੈਂ ਸਵਾਸ ਨੇ ਆਪਣੇ ਉਹ 10ਵੇਂ ਦੁਆਰ ਤੇ ਚੜਾ ਲਵਾਂਗਾ। 10ਵੇਂ ਦੁਆਰ ਤੇ ਸਵਾਸ ਚੜਾ ਕੇ ਮੈਂ ਜੀਵਤ ਰਹਾਂਗਾ, ਤੁਹਾਡੇ ਬਚਨਾਂ ਨਾਲ ਮੇਰੀ ਮੌਤ ਨਹੀਂ ਹੋਵੇਗੀ। ਸ਼੍ਰੀ ਅਰਜਨ ਕੈ ਜੋਨ ਮਠੀਲਾ, ਬਸ ਕਰ ਧਾਰਤ ਬੜੇ ਅਪਮਾਨ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਆ ਜਿਹੜੀ ਤੂੰ ਦੇਹੀ ਰੂਪ ਮਠੇਲੀ ਮੱਠ ਦੇ ਵਿੱਚ ਰਹਿਣ ਦੀ ਗੱਲ ਕਰਦਾ ਹੈ, ਜਿਹਦਾ ਤੂੰ ਇਹ ਦੇਹ ਧਾਰਨ ਕਰਕੇ ਹੰਕਾਰ ਧਾਰਨ ਕੀਤਾ ਹੋਇਆ ਹੈ, ਸੋ ਫੂਟੈਗੀ ਬਸੈ ਕਾ ਪੁਨ, ਕਰੋ ਅਬੈ ਪਰਲੋਕ ਪਿਆਨ। ਉਹ ਜਿਹੜੀ ਤੂੰ ਦੇਹ ਦਾ ਹੰਕਾਰ ਕਰਦਾ ਹੈ, ਜਿਹੜੇ ਮੱਠ ਦੀ ਤੂੰ ਗੱਲ ਕਰਦਾ ਹੈ, ਉਹ ਮੱਠ ਜਿਹੜਾ ਤੇਰਾ ਉਹ ਫੁੱਟ ਜਾਵੇਗਾ। ਜਿਹੜੇ ਮੱਠ ਵਿੱਚ ਰਹਿ ਕੇ ਤੂੰ ਗੱਲ ਕਰਦਾ ਨਾ ਮੈਂ ਜੀਵਤ ਰਹਾਂਗਾ, ਜਿਹਦਾ ਬਹੁਤ ਅਭਿਮਾਨ ਹੈ, ਸੋ ਫੁੱਟੇਗੀ, ਉਹ ਫੁੱਟ ਜਾਵੇਗੀ। ਬਸੇ ਕਹਾਂ ਫੁਨ, ਫਿਰ ਤੂੰ ਕਿੱਥੇ ਵਸੇਗਾ? ਜਿਹੜੀ ਦੇਹੀ ਦਾ ਅਭਿਮਾਨ ਕਰਦਾ ਹੈ,
ਦੇਹੀ ਦਾ ਹੰਕਾਰ ਕਰਦਾ ਹੈ। ਜਦੋਂ ਇਹ ਹੀ ਫੁੱਟ ਗਈ ਫਿਰ ਤੂੰ ਕਿੱਥੇ ਵਾਸਾ ਕਰੇਗਾ। ਕਰੋ ਅਬੈ ਪਰਲੋਕ ਪਿਆਨ। ਹੁਣ ਤੂੰ ਇਹ ਲੋਕ ਛੱਡ ਕੇ ਅਗਾਂਹ ਜਾਣ ਦੀ ਤਿਆਰੀ ਕਰ, ਹੁਣ ਤੂੰ ਬਚ ਨਹੀਂ ਸਕਦਾ। ਜੀਵੋ ਆਸ ਨਾ ਧਰ ਨਿਰਾਸ ਬਨ, ਹਾਡ ਪਿੰਜਰੇ ਪ੍ਰੇਮ ਨ ਠਾਨ। ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਕਿ ਹੁਣ ਤੂੰ ਜੀਵਤ ਨਹੀਂ ਰਹਿ ਸਕਦਾ। ਜਿਹੜਾ ਤੂੰ ਆ ਮਨ ਅੰਦਰ ਆਸ ਧਾਰਨ ਕੀਤੀ ਹੋਈ ਹੈ, ਤੂੰ ਅੱਗੇ ਜਾਣ ਦੀ ਤਿਆਰੀ ਕਰ, ਆਸ ਨਾ ਰੱਖ, ਨਿਰਾਸ਼ ਬਣ ਕੇ ਜੀਵਨ ਬਤੀਤ ਕਰ ਹੁਣ ਆਪਣਾ। ਹਾਟ ਪਿੰਜਰੇ ਪ੍ਰੇਮ ਨਾ ਠਾਨ। ਆ ਹੱਡੀਆਂ ਤੇ ਦਾ ਜਿਹੜਾ ਪਿੰਜਰਾ ਬਣਿਆ ਹੋਇਆ ਸਰੀਰ, ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੇ ਵਿਚਾਰਾ, ਜਿਹਦੇ ਵਿੱਚ ਆਤਮਾ ਰੂਪੀ ਪੰਖੀ ਵਸਦਾ ਹੈ। ਕਹਿੰਦੇ ਜਿਹੜਾ ਹੱਡੀਆਂ ਦਾ ਬਣਿਆ ਹੋਇਆ ਪਿੰਜਰਾ ਹੈ, ਇਹਦਾ ਤੂੰ ਮਾਨ ਨਾ ਕਰ, ਹੁਣ ਹੱਡੀਆਂ ਰੂਪੀ ਪਿੰਜਰੇ ਦੇ ਨਾਲ ਪ੍ਰੇਮ ਨਾ ਕਰ। ਜੀਵਤ ਰਿਓ ਸਮੈ ਬਹੁ ਤੇਰੋ, ਜਿਸ ਤੇ ਉਰ ਹੰਕਾਰ ਮਾਨ। ਤੇ ਹੁਣ ਤੂੰ ਜਿਉਂਦਾ ਨਹੀਂ ਰਹਿ ਸਕਦਾ। ਹੁਣ ਅੰਤ ਸਮਾਂ ਤੇਰੇ ਨੇੜੇ ਆਉਣ ਵਾਲਾ ਹੈ। ਜਿਹੜੇ ਜੀਵਨ ਦਾ ਤੂੰ ਹੰਕਾਰ ਕਰਦਾ ਲੰਬੀ ਉਮਰ ਦਾ, ਹੁਣ ਮੌਤ ਤੇਰੀ ਅਵਸ਼ ਹੋਵੇਗੀ। ਇਸ ਕਰਕੇ ਜਿਸ ਕਰਕੇ ਤੂੰ ਲੰਬੀ ਉਮਰ ਦਾ ਹੰਕਾਰ ਮਨ ਅੰਦਰ ਧਾਰਨ ਕੀਤਾ ਹੋਇਆ ਹੈ। ਤੋਹੇਰਾ ਕਿਤਕ ਕਾਲ ਤੂਸ਼ਨ ਪਏ, ਸਭਾ ਵਿਖੇ ਸਭ ਕੋਏ। ਹੁਣ ਜਦੋਂ ਐਸੇ ਬਚਨ ਹੋਏ, ਸਤਿਗੁਰੂ ਪਾਤਸ਼ਾਹ ਜੀ ਦੇ ਸਹਿਜ ਸੁਭਾਅ ਮੁਖ ਵਿੱਚ ਉਹ ਬਚਨ ਨਿਕਲੇ, ਤੇ ਹੁਣ ਸਾਰੇ ਇੱਕ ਵਾਰੀ ਦੀਵਾਨ ਦੇ ਵਿੱਚ ਸਨਾਟਾ ਛਾ ਗਿਆ। ਸਾਰੇ ਚੁੱਪ ਕਰ ਗਏ ਤੇ ਹੁਣ ਸਭਾ ਦੇ ਵਿੱਚ ਕੋਈ ਵੀ ਬੋਲਦਾ ਨਹੀਂ, ਸਾਰੇ ਪਾਸੇ ਚੁੱਪ ਪਸਰ ਗਏ। ਵਿਸਮੈ ਸੁਨ ਕੇ ਸ਼ਰਾਪ ਵੱਡ ਹੋਣੀ, ਹੋਏ ਸੋ ਹੋਏ। ਤੇ ਹੁਣ ਜਦੋਂ ਇਹ ਬਚਨ ਸੁਨੇ ਤੇ ਬਚਨ ਸੁਣ ਕੇ ਸਾਰਿਆਂ ਨੇ ਮਨ ਅੰਦਰ ਵਿਚਾਰਿਆ ਕਿ ਸਤਿਗੁਰੂ ਪਾਤਸ਼ਾਹ ਜੀ ਦੇ ਕਹੇ ਹੋਏ ਬਚਨ ਜਿਹੜੇ ਨੇ ਉਹ ਹੁਣ ਜ਼ਰੂਰ ਪੂਰੇ ਹੋਣਗੇ। ਉਹ ਬਚਨ ਕਦੀ ਵੀ ਟਲਣ ਵਾਲੇ ਨਹੀਂ। ਸਤਿਗੁਰੂ ਪਾਤਸ਼ਾਹ ਜੀ ਦੇ ਕਹੇ ਹੋਏ ਬਚਨ ਜ਼ਰੂਰ ਪੂਰੇ ਹੋਣਗੇ। ਰਿਦਾ ਗਿਰਾ ਹਿਤ ਮੇਲ ਬੇ, ਮਿਲੇ ਉਤੇ ਇੱਕ ਥਾਨ। ਤੇ ਉਹ ਹਿਰਦੇ ਕਰਕੇ ਤਾਂ ਆਏ ਸੀ ਕਿ ਜਾ ਕੇ ਬਾਣੀ ਲਿਖਵਾਵਾਂਗੇ, ਪਰ ਮਨ ਅੰਦਰ ਹੰਕਾਰ ਵੀ ਸੀ। ਇਸ ਥਾਂ ਤੇ ਉਹ ਮਿਲਾਪ ਕਰਨ ਵਾਸਤੇ ਚੱਲ ਕੇ ਆਏ ਸਨ। ਭਾਵੀ ਨੇ ਐਸੀ ਕਰੀ ਬਦਿਓ ਬਿਯੋਗ ਮਹਾਨ। ਪਰ ਭਾਵੀ ਨੂੰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ। ਹੋਣੀ ਨੇ ਕੁਝ ਹੋਰ ਕਰ ਦਿੱਤਾ। ਆਏ ਤਾਂ ਸੀ ਹਿਰਦੇ ਕਰਕੇ ਉਹ ਮਿਲਾਪ ਕਰਨ ਵਾਸਤੇ, ਪਰ ਹੋਣੀ ਨੇ ਐਸੀ ਜੋ ਰਚਨਾ ਰਚ ਦਿੱਤੀ ਕਿ ਜਿਹੜਾ ਵਿਜੋਗ ਸੀ, ਵਿਛੋੜਾ, ਉਹ ਅੱਗੇ ਜ਼ਿਆਦਾ ਵੱਧ ਗਿਆ। ਤੋਹੇਰਾ ਕਿਤਕ ਕਾਲ ਤੂਸ਼ਨ ਰੇ, ਸਭਾ ਨਾ ਬੋਲਿਓ ਕੋਈ। ਹੁਣ ਬਹੁਤ ਸਮਾਂ ਦੀਵਾਨ ਵਿੱਚ ਜਿੰਨੀਆਂ ਵੀ ਸੰਗਤਾਂ ਬੈਠੀਆਂ ਸਨ, ਬਹੁਤ ਲੰਬਾ ਸਮਾਂ ਸਾਰੇ ਚੁੱਪ ਰਹੇ। ਹੁਣ ਕੋਈ ਵੀ ਬਹੁਤ ਦੇਰ ਤੱਕ ਕੋਈ ਬੋਲਿਆ ਨਹੀਂ। ਸ਼੍ਰੀ ਅਰਜਨ ਪੀਲੋ ਦਿਸ਼ਾ, ਕੀਨ ਬਿਲੋਚਨ ਜੋਏ। ਹੁਣ ਕੁਝ ਸਮੇਂ ਬਾਅਦ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜਿਹੜਾ ਭਗਤ ਪੀਲੋ ਆਇਆ ਸੀ ਲਾਹੌਰ ਤੋਂ, ਉਹਦੇ ਵੱਲ ਦੇਖਿਆ। ਦੇਖ ਕਰਕੇ ਸਤਿਗੁਰੂ ਪਾਤਸ਼ਾਹ ਜੀ ਬੋਲੇ, ਸਵਈਆ ਛੰਦ ਪੀਲੋ ਭਗਤ, ਆਪਨੋ ਮਤ ਕੋ ਮੈਂ ਸੁਨਾਵੋ ਸ਼ਬਦ ਬਨਾਏ। ਤੇ ਹੁਣ ਪੀਲੋ ਭਗਤ ਨੂੰ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀ, ਪੀਲੋ ਭਗਤ ਤੇਰਾ ਮਤ ਕੀ ਕਹਿੰਦਾ ਹੈ? ਤੇਰੀ ਮਤ ਅਨੁਸਾਰ ਜਿਹੜਾ ਤੂੰ ਸ਼ਬਦ ਸੁਣਾਉਣਾ ਹੈ, ਜੋ ਰਚ ਰਿਹਾ ਹੈ, ਉਹ ਸ਼ਬਦ ਸਾਨੂੰ ਰਚ ਕਰਕੇ ਸੁਣਾਉਣਾ ਕਰ। ਜਿਸ ਤੇ ਗੁਰਮਤਿ ਹੋਏ ਉਪਦੇਸ਼ਨ, ਸਿਮਰੈ ਪਰਮੇਸ਼ਰ ਲਿਵ ਲਾਏ। ਤੇ ਜਿਸ ਉਪਦੇਸ਼, ਜਿਸ ਦੇ ਰਚਨਾ ਦੇ ਵਿੱਚ ਗੁਰਮਤਿ ਦਾ ਉਪਦੇਸ਼ ਹੋਵੇ, ਜਿਸ ਰਚਨਾ ਨੂੰ ਸੁਣ ਕਰਕੇ ਜੀਵ ਗੁਰਮਤਿ ਨੂੰ ਗ੍ਰਹਿਣ ਕਰੇ, ਗੁਰਮਤਿ ਦਾ ਪਾਂਧੀ ਬਣੇ ਤੇ ਸਿਮਰੇ ਪਰਮੇਸ਼ਰ ਲਿਵ ਲਾਏ। ਸਤਨਾਮ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਲਿਵ ਲਾ ਕੇ ਸਦਾ ਉਹਦਾ ਸਿਮਰਨ ਕਰੇ। ਹੋਏ ਸ਼ਰੇ
मग लै सुगमी भाओ भगत के संग मिलाए। ਤੇ ਮੁਕਤੀ ਦਾ ਜਿਹੜਾ ਰਾਹ ਹੈ ਉਹ ਮੁਕਤੀ ਦਾ ਰਾਹ ਸੁਖਾਲਾ ਹੈ, ਜਿਹਨੂੰ ਪੜ੍ਹ ਕੇ ਪ੍ਰਾਪਤ ਕਰ ਲਵੇ। ਪੀਲੋ ਭਗਤ ਰਚਨਾ ਜੇ ਤੂੰ ਸੁਣਾਉਣੀ ਹੈ ਤਾਂ ਏਦਾਂ ਦੀ ਸੁਣਾ ਜਿਹਦੇ ਵਿੱਚ ਗੁਰਮਤਿ ਦੀ ਗੱਲ ਹੋਵੇ, ਗੁਰਮਤਿ ਦਾ ਉਪਦੇਸ਼ ਹੋਵੇ, ਜਿਹਨੂੰ ਪੜ੍ਹ ਸੁਣ ਕੇ ਜੀਵ ਪਰਮੇਸ਼ਰ ਨਾਲ ਜੁੜ ਜਾਵੇ, ਜਿਹਨੂੰ ਪੜ੍ਹ ਸੁਣ ਕੇ ਸੁਖਾਲੇ ਹੀ ਮੁਕਤੀ ਦਾ ਰਾਹ ਪ੍ਰਾਪਤ ਕਰਕੇ ਤੇ ਭਾਉ ਭਗਤੀ ਦੇ ਨਾਲ ਜੁੜ ਕਰਕੇ ਪ੍ਰੇਮਾ ਭਗਤੀ ਦੇ ਵਿੱਚ ਜੁੜਨਾ ਕਰੇ। ਸੁਨਤ ਸਭਾ ਮੈਂ ਸ਼ਬਦ ਬਖਾਨਿਓ ਪੀਲੋ ਆਪਣੋ ਮਤੋ ਸੁਨਾਏ। ਤੇ ਹੁਣ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪੀਲੋ ਭਗਤ ਨੂੰ ਕਿਹਾ ਕਿ ਤੂੰ ਆਪਣੀ ਰਚਨਾ ਸੁਣਾ, ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਹੁਣ ਸਾਰੇ ਸੰਗਤ ਬੈਠੀਏ, ਸਤਿਗੁਰੂ ਪਾਤਸ਼ਾਹ ਜੀ ਦਾ ਦੀਵਾਨ ਸਜਿਆ ਹੈ। ਸਾਰਿਆਂ ਦੇ ਵਿੱਚ ਹੁਣ ਪੀਲੋ ਭਗਤ ਆਪਣੀ ਰਚਨਾ ਜਿਹੜੀ ਹੈ ਸ਼ਬਦ ਹੈ ਉਹ ਸੁਣਾਉਣ ਲੱਗਾ। ਪੀਲੋ ਬਾਜ ਪੀਲੋ ਅਸਾਂ ਨਾਲੋਂ ਸੇ ਭਲੇ ਜਮਦਿਆਂ ਜੋ ਮੂਏ। ਤੇ ਹੁਣ ਇਹਨੇ ਜਦੋਂ ਆਰੰਭ ਕੀਤਾ ਕਹਿੰਦਾ ਪੀਲੋ ਅਸਾਂ ਨਾਲੋਂ ਸੇ ਭਲੇ ਜੰਮਦਿਆਂ ਜੋ ਮੂਏ। ਕਹਿੰਦੇ ਸਾਡੇ ਨਾਲੋਂ ਉਹ ਚੰਗੇ ਨੇ ਜਿਹੜੇ ਜਨਮ ਲੈਂਦਿਆਂ ਸਾਰ ਜਿਨ੍ਹਾਂ ਦੀ ਮੌਤ ਹੋ ਗਈ, ਜਿਨ੍ਹਾਂ ਨੇ ਸੰਸਾਰ ਵਿੱਚ ਰਹਿਣਾ ਨਹੀਂ ਕੀਤਾ, ਜਨਮ ਲਿਆ ਤੇ ਜਨਮ ਲੈਂਦਿਆਂ ਸਾਰ ਜਿਨ੍ਹਾਂ ਦੀ ਮੌਤ ਹੋ ਗਈ ਉਹ ਸਾਰਿਆਂ ਨਾਲੋਂ ਚੰਗੇ ਹਨ। ਉਹਨਾਂ ਚਿੱਕੜ ਪਾਵਨਾ ਭੋੜਿਆ ਨਾ ਆਲੂਦ ਪਏ। ਤੇ ਕਹਿਣ ਲੱਗੇ ਉਹਨਾਂ ਚਿੱਕੜ ਪਾਵ ਨਾ ਬੌੜਿਆ, ਕਿਉਂਕਿ ਸੰਸਾਰ ਵਿੱਚ ਜਨਮ ਲਿਆ ਤੇ ਮੌਤ ਹੋ ਗਈ, ਸੰਸਾਰ ਵਿੱਚ ਰਹੇ ਨਹੀਂ, ਸੰਸਾਰ ਰੂਪੀ ਚਿੱਕੜ ਦੇ ਵਿੱਚ ਉਹਨਾਂ ਨੇ ਪੈਰ ਹੀ ਨਹੀਂ ਰੱਖਿਆ, ਨਾ ਆਲੂਦ ਭਏ। ਤੇ ਇਸ ਕਰਕੇ ਨਾ ਉਹ ਵਿਕਾਰਾਂ ਦੇ ਵਿੱਚ ਲਿਬੜੇ, ਨਾ ਚਿੱਕੜ ਉਹਨਾਂ ਨੂੰ ਚਿੰਬੜਿਆ, ਇਸ ਕਰਕੇ ਉਹ ਸੰਸਾਰ ਤੋਂ ਚਲੇ ਗਏ, ਉਹ ਸਾਡੇ ਨਾਲੋਂ ਚੰਗੇ ਨੇ। ਸਵਈਆ ਛੰਦ ਇਹ ਵੀ ਨੈ ਪ੍ਰਮਾਨ ਹਮ ਕਰੈ ਜਿਸ ਮੈਂ ਨਹੀਂ ਭਗਤ ਉਪਦੇਸ਼। ਇਹ ਪੀਲੋ ਦੇ ਰਚਨਾ ਸੁਣ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਇਹ ਵੀ ਗੁਰੂ ਘਰ ਦੇ ਵਿੱਚ ਪ੍ਰਵਾਨ ਨਹੀਂ, ਜਿਸ ਰਚਨਾ ਵਿੱਚ ਭਗਤੀ ਦਾ ਉਪਦੇਸ਼ ਨਹੀਂ। ਕਿਉਂਕਿ ਸਾਹਿਬ ਜੀ ਕਹਿੰਦੇ ਨੇ ਜੰਮਨ ਮਰਨਾ ਹੁਕਮ ਹੈ ਭਾਣਾ ਆਵੇ ਜਾਏ। ਇਹ ਜਨਮ ਤੇ ਮੌਤ ਤਾਂ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਹੈ, ਉਹਦੇ ਭਾਣੇ ਵਿੱਚ ਜੀਵ ਆਉਂਦਾ ਹੈ ਤੇ ਉਹਦੇ ਭਾਣੇ ਵਿੱਚ ਸੰਸਾਰ ਤੋਂ ਚਲਾ ਜਾਂਦਾ ਹੈ। ਤੇ ਇਸ ਕਰਕੇ ਇਹ ਜਿਹੜਾ ਰਚਨਾ ਇਹ ਵੀ ਗੁਰੂ ਨਾਨਕ ਦੇ ਘਰ ਦੇ ਵਿੱਚ ਪ੍ਰਵਾਨ ਨਹੀਂ, ਜਿਸ ਵਿੱਚ ਭਗਤੀ ਦਾ ਉਪਦੇਸ਼ ਨਹੀਂ ਹੈ। ਸ਼੍ਰੀ ਕਰਤਾਰ ਕੇਰ ਇਹ ਭਾਣਾ ਜੰਮਣ ਮਰਣਾ ਸੀਸ ਅਸੇਸ। ਇਹ ਤਾਂ ਵਾਹਿਗੁਰੂ ਪਰਮੇਸ਼ਰ ਦੇ ਕਰਤਾਰ ਦਾ ਭਾਣਾ ਹੈ। ਜਨਮ ਤੇ ਮੌਤ ਤਾਂ ਉਹ ਪਰਮੇਸ਼ਰ ਦੇ ਹੱਥ ਵਿੱਚ ਹੈ, ਸਾਰਿਆਂ ਦੇ ਸਿਰ ਤੇ ਮੌਤ ਖੜੀ ਹੈ। ਪਤਾ ਨਹੀਂ ਕਦੋਂ ਜਦੋਂ ਸਮਾਂ ਆ ਜਾਣਾ ਹੈ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ, ਸਭਨਾ ਮਰਨਾ ਆਇਆ ਵਿਛੋੜਾ ਸਭਨਾ। ਮੌਤ ਸਭ ਤੇ ਆਉਣੀ ਹੈ, ਕਿਉਂਕਿ ਜਿਸ ਵਾਹਿਗੁਰੂ ਪਰਮੇਸ਼ਰ ਨੇ ਜੀਵ ਨੂੰ ਭੇਜਿਆ ਹੈ ਉਹਨੇ ਬੁਲਾਉਣਾ ਵੀ ਹੈ ਵਾਪਸ। ਜਿੰਨਾ ਸਮਾਂ ਦੇ ਕਰਕੇ ਭੇਜਿਆ ਉਹਨਾਂ ਸਮਾਂ ਹੀ ਜੀਵ ਨੇ ਸੰਸਾਰ ਤੇ ਰਹਿਣਾ ਹੈ। ਇਸ ਕਰਕੇ ਤਾਂ ਕਰਤਾਰ ਦਾ ਹੁਕਮ ਹੈ। ਮੌਤ ਤਾਂ ਸਾਰਿਆਂ ਦੇ ਸਿਰ ਤੇ ਖੜੀ ਹੈ, ਇੱਕ ਦਿਨ ਸਾਰਿਆਂ ਨੇ ਸੰਸਾਰ ਤੋਂ ਕੂਚ ਕਰ ਜਾਣਾ, ਚਲੇ ਜਾਣਾ ਹੈ। ਪਾਏ ਜਨਮ ਨਰ ਲਾਭ ਲੈ ਸ਼ੁਭ ਭਜੈ ਸਦਾ ਸਤਨਾਮ ਵਿਸ਼ੇਸ਼। ਹਾਂ, ਜੀਵ ਨੇ ਜੇ ਮਨੁੱਖਾ ਜਨਮ ਪ੍ਰਾਪਤ ਕੀਤਾ ਨਾ ਤੇ ਮਨੁੱਖਾ ਜਨਮ ਪ੍ਰਾਪਤ ਕਰਕੇ ਜੀਵ ਨੂੰ ਲਾਭ ਪ੍ਰਾਪਤ ਕਰਨਾ ਚਾਹੀਦਾ, ਲਾਹਾ ਖੱਟਣਾ ਚਾਹੀਦਾ। ਕਿਉਂਕਿ ਜਿਹੜਾ ਮਨੁੱਖਾ ਜਨਮ ਮਿਲਿਆ ਗੁਰਬਾਣੀ ਬਾਰ-ਬਾਰ ਸਾਨੂੰ ਦਰਸਾ ਰਹੀ ਹੈ, ਕਹਿ ਰਹੀ ਹੈ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੇ ਸਾਹਿਬ ਜੀ ਕਹਿੰਦੇ ਨੇ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਬੀਨ ਕੁਰੰਗਾ, ਕਈ ਜਨਮ ਪੰਖੀ ਸਰ ਭੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ ਚਰੰਕਾਲੇ ਦੇ ਸੰਜਰੀਆ।
ਇਸ ਕਰਕੇ ਇਹਾ ਖਾਟ ਚੱਲੋ ਹਰ ਲਾਹਾ, ਆਗੈ ਬਸਨ ਸੁਹੇਲਾ। ਮਨੁੱਖਾ ਜਨਮ ਪਾ ਕਰਕੇ ਜੀਵ ਨੂੰ ਸੰਸਾਰ ਦੇ ਵਿੱਚ ਆ ਕੇ ਲਾਹਾ ਪ੍ਰਾਪਤ ਕਰਨਾ ਚਾਹੀਦਾ ਹੈ। ਭਜੈ ਸਦਾ ਸਤਨਾਮ ਵਿਸ਼ੇਸ਼, ਸਦਾ ਹੀ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦਾ ਰਹਿਣਾ ਚਾਹੀਦਾ ਹੈ। ਮਾਨੈ ਹੁਕਮ ਖਸਮ ਕੋ ਦੀਕੋ, ਤਿਆਗੈ ਹਉਮੈ ਸਹਿਤ ਕਲੇਸ਼। ਤੇ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਸਦਾ ਹੀ ਜੀਵ ਨੂੰ ਮੰਨਣਾ ਚਾਹੀਦਾ ਹੈ। ਮਨੁੱਖਾ ਜਨਮ ਪਾ ਕਰਕੇ ਸੰਸਾਰ ਤੇ ਆ ਕੇ ਜੋ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਖਸਮ ਦਾ ਹੁਕਮ ਹੈ, ਉਸ ਹੁਕਮ ਨੂੰ ਸਿਰ ਮੱਥੇ ਤੇ ਪ੍ਰਵਾਨ ਕਰਨਾ ਚਾਹੀਦਾ ਹੈ। ਤਿਆਗੈ ਹਉਮੈ ਸਹਿਤ ਕਲੇਸ਼, ਕਲੇਸ਼ ਦੇ ਸਹਿਤ ਜਿਹੜੀ ਹਉਮੈ ਹੈ, ਉਹ ਹਉਮੈ ਦਾ ਤਿਆਗ ਕਰਕੇ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਮੰਨੇ। ਦੋਹੇਰਾ ਛਜੋ ਕਹੋ ਮਤ ਆਪਨੋ, ਜਸ ਨਿਸ਼ਚਾ ਮਨ ਕੀਨ। ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਪੀਲੋ ਦੀ ਰਚਨਾ ਸੁਣੀ ਤੇ ਕਹਿਣ ਲੱਗੇ ਇਹ ਵੀ ਤੇਰੇ ਗੁਰੂ ਨਾਨਕ ਦੇ ਘਰ ਵਿੱਚ ਪ੍ਰਵਾਨ ਨਹੀਂ। ਤੇ ਇਸ ਕਰਕੇ ਹੁਣ ਛੱਜੋ ਨੂੰ ਇਸ਼ਾਰਾ ਕੀਤਾ, ਕਹਿਣ ਲੱਗੇ ਛੱਜੋ ਭਗਤ, ਹੁਣ ਤੂੰ ਆਪਣੇ ਜਿਹੜਾ ਹੈ ਤੇਰਾ ਮਤ ਹੈ, ਉਹ ਆਪਣਾ ਮਤ ਜਿਹੜਾ ਤੂੰ ਉਹ ਬਿਆਨ ਕਰ। ਗੁਰ ਆਇਸ ਕੋ ਮਾਨ ਕਰ, ਬੋਲਿਓ ਸ਼ਬਦ ਨਵੀਨ। ਤੇ ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮ ਪਾ ਕੇ ਹੁਣ ਅੱਗੇ ਛੱਜੋ ਬੋਲਿਆ, ਉਹਨੇ ਨਵਾਂ ਸ਼ਬਦ ਰਚਦਿਆਂ ਹੋਇਆ ਆਪਣੀ ਰਚਨਾ ਜਿਹੜੀ ਆ ਉਹ ਸਰਵਣ ਕਰਵਾਈ ਹੈ। ਛਜੂ ਬਾਜ ਕਾਗਦ ਸੰਧੀ ਪੁਤਲੀ, ਤਉ ਨਾ ਤ੍ਰਿਆ ਨਿਆ। ਇਹ ਕਹਿਣ ਲੱਗਾ ਕਿ ਇਸਤਰੀ ਇਤਨੀ ਜ਼ਿਆਦਾ ਮਾੜੀ ਹੈ ਕਿ ਜੇ ਕਾਗਦ ਦੀ ਪੁਤਲੀ ਇਸਤਰੀ ਦੇ ਰੂਪ ਵਿੱਚ ਬਣਾਈ ਹੋਵੇ ਨਾ, ਕਾਗਦ ਦੀ ਪੁਤਲੀ ਬਣਾਈ ਹੋਵੇ ਤੇ ਸ਼ਕਲ ਉਹਨੂੰ ਇਸਤਰੀ ਦੀ ਦਿੱਤੀ ਹੋਵੇ, ਇਸਤਰੀ ਦੇ ਸ਼ਕਲ ਵਿੱਚ ਬਣਾਈ ਹੋਵੇ, ਕਹਿੰਦੇ ਉਹਨੂੰ ਵੀ ਵੇਖਣਾ ਬਹੁਤ ਮਾੜਾ ਹੈ। ਜਿਹੜੇ ਜੀਵਤ ਸਰੀਰ ਕਰਕੇ ਵਿਚਰ ਰਹੀ ਆ ਉਹ ਤਾਂ ਹੈ ਹੀ ਹੈ, ਕਹਿੰਦੇ ਕਾਗਦ ਦੀ ਬਣਾਈ ਹੋਈ ਪੁਤਲੀ ਇਸਤਰੀ ਦੇ ਰੂਪ ਵਿੱਚ, ਉਹਨੂੰ ਵੀ ਜੀਵ ਨੂੰ ਮਨੁੱਖ ਨੂੰ ਨਹੀਂ ਵੇਖਣਾ ਚਾਹੀਦਾ, ਉਹ ਬਹੁਤ ਮਾੜੀ ਹੈ। ਇਉਂ ਹੀ ਮਾਰ ਲਿਜਾਵਈ ਜਥਾ ਬਲੋਚਨ ਧਾਰ। ਕਹਿਣ ਲੱਗੇ ਉਹ ਇਉਂ ਮਾਰ ਕੇ ਲੁੱਟ ਕੇ ਲੈ ਜਾਵੇਗੀ ਜਿਉਂ ਬਲੋਚਨ ਕੀ ਧਾੜ। ਬਲੋਚਾਂ ਦਾ ਇੱਕ ਇਹ ਇਲਾਕਾ ਹੈ, ਜਿਹੜੇ ਬਲੋਚ ਨੇ ਇਹ ਰਾਹ ਮਾਰ ਠੱਗੀ ਮਾਰਨੀ ਇਹਨਾਂ ਦਾ ਇਹ ਕੰਮ ਹੈ, ਲੁੱਟ ਲੈਣਾ ਰਾਹ ਜਾਂਦਿਆਂ ਨੂੰ। ਕਹਿੰਦੇ ਇਹ ਉਹ ਬਲੋਚਾਂ ਵਰਗੀ ਹੈ ਕਿ ਜਿਹੜੀ ਲੁੱਟ ਲੈਂਦੀ ਹੈ, ਜੀਵ ਨੂੰ ਮਾਰ ਲੈਂਦੀ ਹੈ। ਇਸ ਕਰਕੇ ਇਸਤਰੀ ਵੱਲ ਵੇਖਣਾ ਵੀ ਬਹੁਤ ਮਾੜਾ ਹੈ। ਸਵਈਆ ਛੰਦ ਛਜੋ ਭਗਤ, ਸੁਨੋ ਮਤ ਹਮਰੋ, ਪੰਥ ਰਚਿਓ ਕਰਬੇ ਸਤ ਸੰਗ। ਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਹੁਣ ਛੱਜੂ ਦੀ ਰਚਨਾ ਸੁਣ ਕੇ ਕਹਿਣ ਲੱਗੇ, ਛੱਜੂ ਭਗਤ, ਜਿਹੜਾ ਅਸੀਂ ਪੰਥ ਚਲਾ ਰਹੇ ਹਾਂ, ਜਿਹੜਾ ਸਾਡਾ ਮਤ ਹੈ, ਉਹ ਪੰਥ ਰਚਿਓ ਕਰਬੇ ਸਤ ਸੰਗ। ਅਸੀਂ ਪੰਥ ਰਚ ਰਹੇ ਹਾਂ ਸਤ ਸੰਗਤ ਕਰਨ ਵਾਲਾ, ਸਤ ਸੰਗਤ ਕਰਨ ਵਾਲਾ ਪੰਥ ਅਸੀਂ ਰਚ ਰਹੇ ਹਾਂ। ਕਿਉਂਕਿ ਜਿਸ ਇਸਤਰੀ ਨੂੰ ਤੂੰ ਦੁਰਕਾਰ ਰਿਹਾ ਹੈ, ਉਸ ਇਸਤਰੀ ਨੂੰ ਗੁਰੂ ਨਾਨਕ ਦੇ ਘਰ ਵਿੱਚ ਸਤਕਾਰਿਆ ਗਿਆ ਹੈ। ਭੰਡ ਜੰਮੀ ਹੈ ਭੰਡ ਨਿਮੀ ਹੈ, ਭੰਡ ਹੋਵੇ ਬੰਧਾਨ, ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ। ਕਹਿੰਦੇ ਜਿਸ ਇਸਤਰੀ ਨੂੰ ਗੁਰੂ ਨਾਨਕ ਦੇ ਘਰ ਵਿੱਚ ਸਤਕਾਰ ਦਿੱਤਾ ਗਿਆ ਹੈ, ਸਤਕਾਰਿਆ ਗਿਆ ਹੈ, ਤੂੰ ਉਹਨੂੰ ਦੁਰਕਾਰ ਰਿਹਾ। ਇਸ ਕਰਕੇ ਤੇਰੀ ਰਚਨਾ ਵੀ ਜਿਹੜੀ ਆ ਉਹ ਪ੍ਰਵਾਨ ਨਹੀਂ ਹੈ। ਸਿਮਰੈ ਮਿਲ ਕਰ ਸ਼੍ਰੀ ਪਰਮੇਸ਼ਰ, ਗ੍ਰਸਤ ਬਿਖੈ ਲਿਵ ਲਾਏ ਅਭੰਗ। ਕਹਿੰਦੇ ਸਿਮਰੈ ਮਿਲ ਕਰ ਸ਼੍ਰੀ ਪਰਮੇਸ਼ਰ। ਅਸੀਂ ਜਿਹੜਾ ਪੰਥ ਚਲਾ ਰਹੇ ਆ ਉਹ ਸਤ ਸੰਗਤ ਕਰਨ ਦਾ ਪੰਥ ਚਲਾ ਰਹੇ ਆ। ਸਤ ਸੰਗਤ ਦੇ ਵਿੱਚ ਜੁੜ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਮਿਲ ਕੇ ਸਿਮਰਨਾ ਕਰਨ। ਗ੍ਰਸਤ ਵਿਖੇ ਲਿਵ ਲਾਏ ਅਭੰਗ, ਤੇ ਗ੍ਰਸਤ ਦੇ ਵਿੱਚ ਰਹਿੰਦਿਆਂ ਹੋਇਆ ਇੱਕ ਰਸ ਆਪਣੀ ਸੁਰਤ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜ ਕੇ ਰੱਖੇ। ਰੇ ਮਨ ਐਸੋ ਕਰ ਸੰਿਆਸਾ, ਬਨਸੇ ਸਦਨ ਸਭੈ ਕਰ ਸਮਝੋ, ਘਰ ਹੀ ਮਾਹੇ ਉਦਾਸਾ। ਤੇ ਸਾਹਿਬ ਜੀ ਕਹਿੰਦੇ ਕਿ ਘਰ ਪਰਿਵਾਰ ਦੇ ਵਿੱਚ ਰਹਿੰਦੇ ਆਈ ਉਹ ਸਥਿਤੀ ਜੀਵ ਬਣਾ ਲੇ,
ਘਰ ਨੂੰ ਛੱਡ ਕੇ ਜਾਣ ਦੀ ਲੋੜ ਨਹੀਂ ਜੰਗਲ ਬੇਲਿਆਂ ਦੇ ਵਿੱਚ, ਕਿ ਘਰ-ਬਾਰ ਛੱਡ ਕੇ ਅਸੀਂ ਜੰਗਲ ਵਿੱਚ ਚਲੇ ਜਾਈਏ ਤਾਂ ਭਗਤੀ ਹੋ ਸਕਦੀ ਹੈ। ਹੋਏ ਅਤੀਤ ਗ੍ਰਸਤ ਤਜ ਉਹਨੂੰ ਹੈ ਕਿ ਘਰ ਫਿਰ ਮੰਗਣ ਜਾਈ। ਕਹਿੰਦੇ ਪਹਿਲਾਂ ਤਾਂ ਅਤੀਤ ਹੋ ਕੇ ਵਿਰਕਤ ਹੋ ਕੇ ਤੁਸੀਂ ਘਰ-ਬਾਰ ਛੱਡ ਦਿੱਤਾ, ਤੇ ਜਦੋਂ ਫਿਰ ਲੋੜ ਪਈ, ਭੁੱਖ ਲੱਗੀ, ਹੁਣ ਪੇਟ ਨੂੰ ਭਰਨ ਵਾਸਤੇ ਫਿਰ ਗ੍ਰਸਤੀਆਂ ਦੇ ਘਰ ਜਾਂਦੇ ਹੋ। ਇੱਕ ਪਾਸੇ ਤੁਸੀਂ ਗ੍ਰਸਤੀਆਂ ਨੂੰ ਮਾੜਾ ਆਖਦੇ ਹੋ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਦੋਂ ਵਾਰਤਾਲਾਪ ਹੋਈ ਸਿੱਧਾ ਨਾਲ, ਸੋ ਗ੍ਰਹਸਤ ਭਾਵੇਂ ਕਿ ਅਸੀਂ ਇਹ 4 ਅੱਖਰਾਂ ਦਾ ਜੋੜ ਹੈ, 4 ਅੱਖਰਾਂ ਦਾ ਸ਼ਬਦ ਹੈ, ਤੇ ਗ੍ਰਹਿ ਪਲੱਸ 7, ਗ੍ਰਹਿ ਤੋਂ ਭਾਵ ਹੈ ਘਰ ਤੇ ਪਰਿਵਾਰ, 7 ਤੋਂ ਭਾਵ ਹੈ ਜੀਵਨ, ਬੰਦਗੀ, ਕਰਮ, ਦਇਆ ਕਰਨੀ, ਭਲਾ ਕਰਨਾ, ਜਿਹਦੇ ਵਿੱਚ ਸਾਰਾ ਆਉਂਦਾ ਹੈ। ਇੱਥੇ 7 ਹੈ। ਇਹ ਗ੍ਰਸਤ ਜਿਵੇਂ ਮਾਨੋ ਕਿ ਕੁੱਜੇ ਦੇ ਵਿੱਚ ਸਮੁੰਦਰ ਬੰਦ ਕਰਨ ਦੀ ਗੱਲ ਕਰੀਏ ਨਾ, ਤੇ ਇਹਨਾਂ ਅੱਖਰਾਂ ਦੇ ਵਿੱਚ ਵੀ ਮਾਨੋ ਜਿਹੜਾ ਗ੍ਰਸਤ ਹੈ, ਜੀਵਨ ਹੈ, ਉਹ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਦੇ ਵਾਂਗ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਜੀਵ ਜਿਹੜਾ ਹੈ, ਜੋ ਵਿੱਚੇ ਗ੍ਰਹਿ ਰਹਿ ਉਦਾਸੀ, ਜੋ ਕਮਲ ਰਹਿ ਵਿੱਚ ਪਾਣੀ ਹੈ। ਜਿਵੇਂ ਪਾਣੀ ਕਮਲ ਦੇ ਵਿੱਚ ਰਹਿੰਦਾ ਹੈ, ਪਰ ਜਿਹੜਾ ਚਿੱਕੜ ਹੈ, ਪਾਣੀ ਹੈ, ਉਹ ਕਮਲ ਨੂੰ ਛੂਹ ਨਹੀਂ ਸਕਦਾ, ਉੱਚਾ ਉੱਠ ਕੇ ਪਾਣੀ ਵਿੱਚ ਰਹਿੰਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਜਿਹੜੇ ਨੇ, ਉਹ ਗ੍ਰਸਤ ਦੇ ਵਿੱਚ ਰਹਿੰਦਿਆਂ ਹੋਇਆਂ ਨਿਰਲੇਪ ਰਹਿੰਦੇ ਨੇ। ਉਹ ਲੁਪਾਏਮਾਨ ਨਹੀਂ ਹੁੰਦੇ, ਕਮਲ ਦੇ ਫੁੱਲ ਵਾਂਗੂ ਉੱਚੇ ਉੱਠ ਕੇ ਆਪਣਾ ਜੀਵਨ ਬਤੀਤ ਕਰਦੇ ਨੇ। ਸੋ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਜਿਹੜਾ ਧਰਮ ਅਸੀਂ ਸ਼ੁਰੂ ਕੀਤਾ, ਆਰੰਭ ਕੀਤਾ, ਪੰਥ ਚਲਾਇਆ, ਉਹ ਪੰਥ ਸਤ ਸੰਗਤ ਕਰਨ ਰੂਪੀ ਪੰਥ ਹੈ, ਜਿਹਦੇ ਵਿੱਚ ਮਿਲ ਕੇ ਸਾਰੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਿਮਰਦੇ ਨੇ, ਤੇ ਗ੍ਰਸਤ ਦੇ ਵਿੱਚ ਰਹਿੰਦਿਆਂ ਹੋਇਆਂ ਇੱਕ ਰਸ ਆਪਣੀ ਜਿਹੜੀ ਸੁਰਤ ਹੈ, ਲਿਵ ਹੈ, ਉਹ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜ ਕੇ ਰੱਖਦੇ ਹਨ। ਕਾਰ ਧਰਮ ਕੀ ਕਰ ਗੁਜ਼ਰਾਨੈ, ਸੇਵੈ ਸੰਤਨ ਸਹਿਤਿਓ ਮੰਗ। ਕਾਰ ਧਰਮ ਕੀ ਕਰ ਗੁਜ਼ਾਰੈ, ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੈ। ਉਦਮ ਕਰੇਂਦਿਆਂ ਜਿਉ ਤੂੰ ਕਮਾਵਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਕਹਿੰਦੇ ਕਿ ਭਾਉ ਕਰਮ ਧਰਮ ਕਰ ਗੁਜ਼ਰਾਨਾ, ਪਰਿਵਾਰ ਦੇ ਵਿੱਚ ਰਹਿੰਦਿਆਂ ਧਰਮ ਦੀ ਕਿਰਤ ਕਰੇ। ਕਿਉਂਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜੋ ਉਪਦੇਸ਼ ਦਿੱਤਾ, ਉਹਦੇ ਵਿੱਚ ਵੀ ਪਹਿਲਾਂ ਕਿਹਾ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਗੁਰੂ ਨਾਨਕ ਦਾ ਇਹ ਸੰਦੇਸ਼ ਹੈ। ਕਹਿਣ ਲੱਗੇ ਕਿ ਪਰਿਵਾਰ ਦੇ ਵਿੱਚ ਰਹਿੰਦਿਆਂ ਧਰਮ ਦੀ ਕਿਰਤ ਕਰਕੇ ਆਪਣਾ ਗੁਜ਼ਾਰਾ ਕਰੇ, ਸੇਵਾ ਸੰਤਨ ਸਹਿਤ ਉਮੰਗ, ਤੇ ਫਿਰ ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੇ। ਜੇ ਘਰ ਵਿੱਚ ਕੋਈ ਪਰਮੇਸ਼ਰ ਦਾ ਪਿਆਰਾ ਆ ਜਾਵੇ, ਵਾਹਿਗੁਰੂ ਪਰਮੇਸ਼ਰ ਪਿਆਰੇ ਸੰਤ ਜਨਾਂ ਦੀ ਬੜੇ ਚਾਉ ਦੇ ਨਾਲ ਸੇਵਾ ਕਰੇ। ਭਾਉ ਭਗਤ ਕਰ ਜਗਤ ਸੁਤਰ ਹੈ, ਸਤਨਾਮ ਕੋ ਚੜ ਹੈ ਰੰਗ। ਪ੍ਰੇਮਾ ਭਗਤੀ ਦੇ ਕਰਦਿਆਂ ਹੋਇਆਂ ਜਗਤ ਸੋ ਤਰ ਹੈ। ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਪ੍ਰੇਮਾ ਭਗਤੀ ਦੇ ਨਾਲ ਜੁੜਿਆ ਰਹੇ, ਪ੍ਰੇਮਾ ਭਗਤੀ ਕਰਦਾ ਰਹੇ। ਤੇ ਜਿਹੜਾ ਗ੍ਰਸਤ ਵਿੱਚ ਰਹਿੰਦਿਆਂ ਪ੍ਰੇਮਾ ਭਗਤੀ ਨਾਲ ਜੁੜਿਆ ਰਹਿੰਦਾ ਹੈ, ਭਗਤੀ ਦੇ ਮਾਰਗ ਤੇ ਚੱਲਦਾ ਹੈ, ਉਹ ਇਸ ਸੰਸਾਰ ਸਾਗਰ ਨੂੰ, ਜਗਤ ਨੂੰ ਤਰ ਲੈਂਦਾ। ਸਤਨਾਮ ਕੋ ਚੜ੍ਹਬੋ ਰੰਗ, ਉਹਦੇ ਉੱਤੇ ਸਤਨਾਮ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਰੰਗ ਚੜ ਜਾਂਦਾ ਹੈ। ਗ੍ਰਸਤ ਬਿਨਾ ਨ ਅਪਰ ਜਤਨ ਅਬ, ਬਨ ਮੈਂ ਛੁਦਤ ਰਿਓ ਨ ਜਾਏ। ਕਹਿਣ ਲੱਗੇ ਕਿ ਇਹ ਰਚਨਾ ਛੱਜੋ, ਇਹ ਵੀ ਪ੍ਰਵਾਨ ਨਹੀਂ। ਹੁਣ ਦਾ ਜਿਹੜਾ ਸਮਾਂ ਹੈ, ਗ੍ਰਸਤ ਬਿਨਾ ਨ ਅਪਰ ਜਤਨ ਅਬ, ਹੁਣ ਗ੍ਰਸਤ ਤੋਂ ਬਿਨਾ ਹੋਰ ਕੋਈ ਯਤਨ ਕਿਸੇ ਕੰਮ ਨਹੀਂ। ਅਬ ਬਨ ਮੈਂ ਸ਼ੁੱਧਤ ਰਿਓ ਨਾ ਜਾਏ। ਕਹਿਣ ਲੱਗੇ ਹੁਣ ਭੁੱਖਿਆਂ ਜੰਗਲ ਵਿੱਚ ਨਹੀਂ ਰਿਹਾ ਜਾਂਦਾ, ਭੁੱਖਿਆਂ ਭਗਤੀ ਨਹੀਂ ਕੀਤੀ ਜਾ ਸਕਦੀ ਜੰਗਲ ਦੇ ਵਿੱਚ ਰਹਿ ਕੇ। ਨਗਰ ਨਿਕਟ ਜਬ ਰਹਿਣ ਲਗੈ ਏਓ, ਨਰ ਨਾਰੀ ਮਿਲ ਹੈ ਸਮਝਾਏ। ਜਿੰਨੇ ਵੀ ਨਰ ਨਾਰੀ ਨੇ, ਜਦੋਂ ਇਹ ਸਾਰੇ ਮਿਲ ਕੇ ਨਗਰ ਦੇ ਨੇੜੇ ਇਕੱਠੇ ਹੋ ਕੇ ਰਹਿੰਦੇ ਹਨ, ਮਿਲੇ ਬੀਜ ਮਨ ਨੇ ਵਿਕਾਰ ਹੋਏ, ਅਸ ਬਿਰਲੋ ਜਗ ਮੈਂ ਕੋ ਆਏ। ਕਹਿਣ ਲੱਗੇ ਜਦੋਂ ਇੱਕ ਨਗਰ ਦੇ ਵਿੱਚ ਇਸਤਰੀਆਂ ਤੇ ਮਰਦ, ਨਰ ਤੇ ਨਾਰੀ ਇਕੱਠੇ ਰਹਿਣਗੇ, ਮਿਲ ਕੇ ਰਹਿਣਗੇ,
ਤੇ ਇਹਨਾਂ ਦੇ ਮਨ ਵਿੱਚ ਜੇ ਕੋਈ ਵਿਕਾਰ ਨਾ ਹੋਵੇ, ਹੁਣ ਇਕੱਠੇ ਰਹਿੰਦਿਆਂ ਵਿਚਰਦਿਆਂ ਹੋਇਆਂ ਮਨ ਵਿੱਚ ਕੋਈ ਵਿਕਾਰ ਨਾ ਹੋਵੇ, ਐਸਾ ਕੋਈ ਵਿਰਲਾ ਜਿਹੜਾ ਮਨੁੱਖ ਉਸ ਸੰਸਾਰ ਤੇ ਆਇਆ ਹੈ। किमने त्रिया को दिखै त्याग कर, या ते ग्रस्त दिखै प्रभ पाए। ਹੁਣ ਨਰ ਨਾਰੀਆਂ ਇਕੱਠੇ ਵਿਚਰਦੇ ਹੋਣ ਤੇ ਕਿਵੇਂ ਮਨੁੱਖ ਉਹਨਾਂ ਨੂੰ ਨਹੀਂ ਵੇਖੇਗਾ? ਹੁਣ ਘਰ ਪਰਿਵਾਰ ਦੇ ਵਿੱਚ ਰਹਿ ਰਿਹਾ ਹੈ ਤੇ ਉਹ ਇਸਤਰੀ ਵੱਲ ਕਿਵੇਂ ਨਹੀਂ ਵੇਖੇਗਾ? ਉਹਦਾ ਧਿਆਨ ਕਿਵੇਂ ਨਹੀਂ ਜਾਵੇਗਾ? ਹੁਣ ਬੱਚਾ ਹੈ, ਉਹ ਮਾਂ ਦੇ ਰੂਪ ਵਿੱਚ ਦੇਖਦਾ ਹੈ, ਪਤੀ ਹੈ ਉਹ ਘਰ ਵਾਲੀ ਨੂੰ ਪਤਨੀ ਦੇ ਰੂਪ ਵਿੱਚ ਵੇਖਦਾ ਹੈ। ਇਸ ਕਰਕੇ ਹੁਣ ਪਰਿਵਾਰ ਦੇ ਵਿੱਚ ਰਹਿੰਦੇ ਆ ਜਿਹੜੇ ਸਾਰੇ ਇਕੱਠੇ ਵਿਚਰਦੇ ਨੇ ਰਹਿੰਦੇ ਨੇ, ਉਹ ਇਸਤਰੀ ਵੱਲ ਕਿਵੇਂ ਨਹੀਂ ਵੇਖੇਗਾ? ਜਾਂ ਤੇ ਗ੍ਰਸਤ ਵਿਖੇ ਪ੍ਰਭ ਪਾਏ। ਇਸ ਕਰਕੇ ਗ੍ਰਸਤ ਦੇ ਵਿੱਚ ਰਹਿੰਦਿਆਂ ਹੋਇਆਂ ਜਿਸ ਤਰ੍ਹਾਂ ਉੱਪਰ ਦੱਸਿਆ ਕਿ ਧਰਮ ਦੇ ਕਿਰਤ ਕਰਦੇ ਆ, ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਇੱਕ ਰਸ ਲਿਵ ਲਾ ਕੇ ਭਗਤੀ ਕਰਦੇ ਆ, ਜੀਵਨ ਸਫਲ ਕਰ ਲੈਂਦੇ ਨੇ, ਉਹ ਪ੍ਰਭੂ ਪ੍ਰਾਪਤੀ ਨੂੰ, ਪ੍ਰਭੂ ਨੂੰ ਪਾ ਲੈਂਦੇ ਹਨ, ਪ੍ਰਾਪਤ ਕਰ ਲੈਂਦੇ ਹਨ। ਨਿਜ ਤਨ ਤੇ ਸ਼ਮ ਕਰੈ ਖਾਟ ਤਨ, ਬੌਰ ਬਾਟ ਕਰ ਭੋਜਨ ਖਾਏ। ਨਿਜ ਤਨ ਤੇ ਸ਼ਰਮ ਕਰੈ, ਕਹਿੰਦੇ ਆਪਣੇ ਸਰੀਰ ਦੇ ਨਾਲ ਮਿਹਨਤ ਕਰੇ, ਮਿਹਨਤ ਕਰਕੇ ਕਮਾਈ ਕਰੇ, ਖੱਟ ਕੇ ਲਿਆਵੇ ਤੇ ਕਮਾਈ ਕਰਕੇ ਉਹ ਜਿਹੜਾ ਫਿਰ ਆ ਕੇ ਬੌਰ ਬਾਟ ਕਰ ਭੋਜਨ ਖਾਏ, ਫਿਰ ਸਾਰਿਆਂ ਦੇ ਵਿੱਚ ਵੰਡ ਕੇ ਭੋਜਨ ਛਕੇ। ਜਿਹੜੇ ਗੁਰੂ ਨਾਨਕ ਦਾ ਸੰਦੇਸ਼ ਹੈ ਕਿ ਉਹ ਧਰਮ ਦੀ ਕਿਰਤ ਕਰੇ, ਇਹ ਤਨ ਦੇ ਨਾਲ ਮਿਹਨਤ ਕਰੇ, ਸਰੀਰ ਨਾਲ ਮਸ਼ੱਕਤ ਕਰੇ, ਕਮਾਈ ਕਰੇ, ਕਮਾਈ ਕਰਕੇ ਫਿਰ ਉਹਦਾ ਭੋਜਨ ਪ੍ਰਸ਼ਾਦ ਤਿਆਰ ਕਰਕੇ ਸਾਰਿਆਂ ਦੇ ਵਿੱਚ ਵੰਡ ਕੇ ਛਕੇ। ਬਿਨ ਹੰਕਾਰ ਕਰੈ ਸਤ ਸੰਗਤ, ਪੰਗਤ ਬੈਠ ਭਗਤ ਕਰ ਭਾਏ। ਸਤ ਗ੍ਰਸਤ ਵਿੱਚ ਰਹਿੰਦੇ ਆ, ਬਿਨ ਹੰਕਾਰ ਕਰੇ ਸਤ ਸੰਗਤ। ਹੁਣ ਸਤ ਸੰਗਤ ਕਰਨੀ ਹੈ ਤੇ ਸਤ ਸੰਗਤ ਵਿੱਚ ਕਰਦਿਆਂ ਹੋਇਆਂ, ਸਤ ਸੰਗਤ ਵਿੱਚ ਆਉਂਦਿਆਂ ਹੋਇਆਂ ਮਨ ਅੰਦਰ ਹੰਕਾਰ ਨਾ ਹੋਵੇ, ਨਿਰਹੰਕਾਰੀ ਹੋ ਕੇ ਹੰਕਾਰ ਦਾ ਤਿਆਗ ਕਰਕੇ ਸਤ ਸੰਗਤ ਕਰੇ ਤੇ ਫਿਰ ਬੈਠ ਪੰਗਤ ਬੈਠ ਭਗਤ ਕਰ ਭਾਏ, ਤੇ ਪੰਗਤ ਵਿੱਚ ਬੈਠ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰੇ। ਸ਼੍ਰੀ ਪ੍ਰਭ ਕੀ ਇੱਕ ਸ਼ਰਨ ਬਿਨਾ ਅਪਰ ਜਤਨ ਕੋ ਸਮੋ ਨਾ ਕਾਏ। ਤੇ ਇਸ ਕਰਕੇ ਇੱਕ ਪ੍ਰਭੂ ਦੀ ਸ਼ਰਨ ਤੋਂ ਬਿਨਾ ਹੋਰ ਜਿਹੜਾ ਯਤਨ ਹੈ ਉਹ ਕਿਸੇ ਵੀ ਕੰਮ ਨਹੀਂ। ਨਾ ਹੁਣ ਉਹ ਸਮਾਂ ਹੀ ਹੈ ਕਿ ਜਿਸ ਸਮੇਂ ਦੇ ਵਿੱਚ ਅਜਾਏ ਕੋਈ ਕਰਮ ਕਾਂਡ, ਕੋਈ ਜਾਏ ਯਤਨ ਕਰੇ ਜਿਹੜੇ ਪਹਿਲਾਂ ਯੁੱਗਾਂ ਵਿੱਚ ਕੀਤੇ ਜਾਂਦੇ ਰਹੇ ਨੇ। ਹੁਣ ਤਾਂ ਜਿਹੜਾ ਸਮਾਂ ਕਲਯੁਗ ਦਾ ਚੱਲ ਰਿਹਾ ਹੈ, ਇਹਦੇ ਵਿੱਚ ਕੇਵਲ ਇੱਕ ਪ੍ਰਭੂ ਦੀ ਸ਼ਰਨ ਹੈ। ਪ੍ਰਭੂ ਦੀ ਸ਼ਰਨ ਵਿੱਚ ਰਹਿ ਕੇ ਜੀਵ ਮੁਕਤੀ ਪ੍ਰਾਪਤ ਕਰ ਸਕਦਾ ਹੈ, ਹੋਰ ਯਤਨ ਕਿਸੇ ਕੰਮ ਨਹੀਂ ਆ ਸਕਦਾ। ਜਾਂ ਤੇ ਗ੍ਰਸਤ ਵਿਖੇ ਉਪਦੇਸ਼ਨ ਕਰਤ ਕਿਰਤ ਹਰ ਨੈ ਬਿਸਰਾਏ। ਤੇ ਗ੍ਰਸਤ ਦੇ ਵਿੱਚ ਰਹਿੰਦਿਆਂ ਹੋਇਆਂ ਉਪਦੇਸ਼ ਦਾ ਧਾਰਨੀ ਹੋਵੇ, ਕਿਰਤ ਕਰੇ ਤੇ ਕਿਰਤ ਕਰਦਿਆਂ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਨਾ ਵਿਸਾਰੇ। ਗੁਰੂ ਦਾ ਉਪਦੇਸ਼ ਧਾਰਨ ਕਰੇ ਤੇ ਗੁਰੂ ਦਾ ਉਪਦੇਸ਼ ਲੈ ਕਰਕੇ ਆਪਣੀ ਕਿਰਤ ਕਰੇ। ਕਿਰਤ ਕਰਦਿਆਂ ਹੋਇਆਂ ਉਹ ਵਾਹਿਗੁਰੂ ਪਰਮੇਸ਼ਰ ਨੂੰ ਸਦਾ ਸਿਮਰਦਾ ਰਹੇ, ਉਹਦੀ ਯਾਦ ਸਦਾ ਹਿਰਦੇ ਅੰਦਰ ਬਣੀ ਰਹੇ। ਜਿਵੇਂ ਨਾਮਾ ਕਹੈ ਤਿਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ, ਚੀਤ ਨਰੰਜਨ ਨਾਲ। ਉਹ ਆਪਣੀ ਕਿਰਤ ਕਰਦਾ ਹੋਇਆ ਚਿੱਤ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜ ਕੇ ਰੱਖੇ। ਦੋਹੇਰਾ ਆਇਤ ਗੁਰ ਕੀ ਪਾਏ ਕਰ, ਬੋਲਿਓ ਸ਼ਾਹ ਹੁਸੈਨ। ਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਇਹ ਵੀ ਰਚਨਾ ਪ੍ਰਵਾਨ ਨਹੀਂ। ਫਿਰ ਹੁਣ ਸ਼ਾਹ ਹੁਸੈਨ ਵੱਲ ਵੇਖਿਆ ਤੇ ਸ਼ਾਹ ਹੁਸੈਨ ਵੱਲ ਵੇਖ ਕੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਸ਼ਾਹ ਹੁਸੈਨ ਜੀ ਹੁਣ ਤੁਸੀਂ ਆਪਣੀ ਰਚਨਾ ਸੁਣਾਓ। ਤੇ ਸਤਿਗੁਰੂ ਪਾਤਸ਼ਾਹ ਜੀ ਵੱਲ ਵੇਖ ਕਰਕੇ ਸ਼ਾਹ ਹੁਸੈਨ ਬੋਲਿਆ, ਕਹਿਣ ਲੱਗਾ, ਸਭਾ ਵਿਖੇ ਸਭ ਹੀ ਸੁਨੈ, ਦਿਸ ਕੀ ਦਿਸ਼ ਕਰ ਨੈਣ। ਹੁਣ ਦੀਵਾਨ ਲੱਗਿਆ ਸੀ, ਸੰਗਤਾਂ ਜੁੜੀਆਂ ਹੋਈਆਂ ਸਨ। ਜਦੋਂ ਸ਼ਾਹ ਹੁਸੈਨ ਬੋਲਣ ਲੱਗਾ ਤੇ ਸਾਰਿਆਂ ਦਾ ਧਿਆਨ ਜਿਹੜਾ ਸੀ ਉਹ ਸ਼ਾਹ ਹੁਸੈਨ ਵੱਲ ਗਿਆ ਕਿ ਹੁਣ ਸ਼ਾਹ ਹੁਸੈਨ ਕੀ ਬੋਲਦਾ, ਕਿਉਂਕਿ ਪਹਿਲਾਂ ਵੇਖ ਲਿਆ ਕਿ ਉਹਨਾਂ ਦੀ ਰਚਨਾ ਤਾਂ ਨਹੀਂ ਪ੍ਰਵਾਨ ਹੋਈ। ਹੁਣ ਇਹ ਕੀ ਰਚਨਾ ਸੁਣਾਉਂਦਾ, ਕੀ ਬੋਲਦਾ ਹੈ, ਸਾਰਿਆਂ ਦਾ ਧਿਆਨ ਉਹਦੇ ਵੱਲ ਗਿਆ। ਸ਼ਾਹ ਹੁਸੈਨ ਆਵਾਜ਼ ਚੁੱਪ ਵੇ ਅੜਿਆ,
ਚੁੱਪ ਵੇ ਅੜਿਆ ਬੋਲਣ ਦੀ ਨਹੀਂ ਜਾਏ ਵੇ ਅੜਿਆ। ਹੁਣ ਜਿਹੜੀ ਰਚਨਾ ਇਹਨੇ ਸੁਣਾਈ ਕਹਿਣ ਲੱਗੇ ਚੁੱਪ ਵੇ ਅੜਿਆ, ਚੁੱਪ ਵੇ ਅੜਿਆ। ਕਹਿਣ ਲੱਗਾ ਚੁੱਪ ਰਹਿਣਾ ਠੀਕ ਹੈ, ਬੋਲਣ ਦੀ ਨਹੀਂ ਜਾਏ ਵੇ ਅੜਿਆ। ਜਾਏ ਤੋਂ ਭਾਵ ਥਾਂ, ਕਹਿਣ ਲੱਗਾ ਇਹ ਬੋਲਣ ਦੀ ਥਾਂ ਨਹੀਂ ਹੈ, ਇਸ ਕਰਕੇ ਚੁੱਪ ਰਹਿਣਾ ਹੀ ਠੀਕ ਹੈ। ਸੱਜਣਾ ਬੋਲਣ ਦੀ ਜਾਏ ਨਹੀਂ, ਅੰਦਰ ਬਾਹਰ ਇੱਕਾ ਸਾਈ। ਇਹ ਬੋਲਣ ਦੀ ਥਾਂ ਨਹੀਂ, ਅੰਦਰ ਤੇ ਬਾਹਰ ਇੱਕ ਉਹ ਖੁਦਾ ਵਸਦਾ ਹੈ। ਸਾਰਿਆਂ ਦੇ ਅੰਦਰ ਵੀ ਹੈ ਤੇ ਬਾਹਰ ਵੀ ਇੱਕੋ ਸਾਈ ਉਹ ਖੁਦਾ ਹੈ। ਕਿਸ ਨੂੰ ਆਖ ਸੁਣਾਈ ਇੱਕੋ ਦਿਲ ਪਰ ਸਭ ਘਟ ਰਵਿਆ, ਦੂਜੀ ਨਹੀਂ ਕਦਾਈ। ਤੇ ਕਿਹਨੂੰ ਆਖ ਕੇ ਸੁਣਾਉਣਾ ਕਰੀਏ, ਕਿਹਨੂੰ ਕਹਿ ਕੇ ਸੁਣਾਉਣਾ ਕਰੀਏ। ਇੱਕੋ ਦਿਲਬਰ ਸਭ ਘਟ ਰਵਿਆ, ਦੂਜੀ ਨਾਹੀਂ ਕਦਾਈ। ਕਹਿੰਦੇ ਇੱਕੋ ਦਿਲਬਰ ਵਾਹਿਗੁਰੂ ਖੁਦਾ ਪਰਮੇਸ਼ਰ ਜਿਹੜਾ ਹੈ ਉਹ ਸਰਵ ਥਾਈ ਰਮਿਆ ਹੋਇਆ ਹੈ। ਸਾਰਿਆਂ ਦੇ ਵਿੱਚ ਉਹ ਹੈ, ਉਹਦੇ ਤੋਂ ਬਿਨਾ ਦੂਜਾ ਹੋਰ ਕੋਈ ਨਹੀਂ। ਕਹੈ ਹੁਸੈਨ ਫਕੀਰ ਨੇ ਮਾਣਾ, ਸਤਿਗੁਰ ਤੋਂ ਬਲ ਬਲ ਜਾਏ। ਕਹਿਣ ਲੱਗੇ ਜਿਹੜਾ ਨਿਮਾਣਾ ਫਕੀਰ ਸ਼ਾਹ ਹੁਸੈਨ ਉਹ ਕਹਿੰਦਾ ਹੈ ਕਿ ਮੈਂ ਸਤਿਗੁਰ ਤੋਂ ਬਲਿਹਾਰ ਜਾਣਾ ਕਰਾਂ, ਬਸ ਸਤਿਗੁਰ ਤੋਂ ਬਲਿਹਾਰ ਜਾਵਾਂ। ਸਵਈਆ ਚੰਦ ਸ਼੍ਰੀ ਅਰਜਨ ਮੁਸਕਾਵਤ ਬੋਲੇ, ਕਰਨਾ ਪਰੇ ਰਸੀਲੇ ਨੈਣ। ਤੇ ਇਹਦੀ ਰਚਨਾ ਸੁਣ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮੁਸਕਰਾਏ। ਮੁਸਕਰਾ ਕੇ ਜਿਨ੍ਹਾਂ ਦੇ ਨੈਣਾਂ ਦੇ ਵਿੱਚ ਕਰਨਾ ਭਰੀ ਹੋਈ ਹੈ, ਕਰਨਾ ਦੇ ਰਸ ਦੇ ਸਹਿਤ ਨੈਣ ਨੇ ਮੇਰੇ ਸਾਹਿਬ ਦੇ, ਤੱਕ ਕਰਕੇ ਮੁਸਕਰਾ ਕੇ ਬੋਲੇ, ਭਲਾ ਕਹਿਓ ਚੁੱਪ ਕਰੋ ਹਿਰਦੈ ਰੱਖ, ਰਹੋ ਅਬੋਲੇ ਸ਼ਾਹ ਹੁਸੈਨ। ਕਹਿਣ ਲੱਗੇ ਸ਼ਾਹ ਹੁਸੈਨ ਭਲਾ ਕਿਹਾ ਹੀ, ਚੁੱਪ ਹੀ ਰਹਿ, ਇਹ ਬੋਲਣ ਨਾਲੋਂ ਤਾਂ ਤੂੰ ਚੁੱਪ ਹੀ ਕੀਤਾ ਰਹਿ। ਚਾ ਭਲਾ ਕਹੋ ਚੁੱਪ ਕਰੋ ਹਿਰਦੈ ਰੱਖ, ਕਹਿੰਦੇ ਆਪਣੇ ਬੋਲ ਆਪਣੇ ਹਿਰਦੇ 'ਚ ਹੀ ਸੰਭਾਲ ਕੇ ਰੱਖ, ਚੁੱਪ ਕੀਤਾ ਹੀ ਰਹਿ। ਰਹੋ ਬੋਲੇ ਸ਼ਾਹ ਹੁਸੈਨ, ਸ਼ਾਹ ਹੁਸੈਨ ਬਿਨਾ ਬੋਲਣ ਤੋਂ ਹੀ ਤੂੰ ਠੀਕ ਹੈ। ਕਿਉਂਕਿ ਗੁਰੂ ਨਾਨਕ ਦੇ ਘਰ ਵਿੱਚ ਤਾਂ ਇਹ ਕਿਹਾ ਹੀ ਨਹੀਂ ਕਿ ਮੌਨ ਰੱਖੋ, ਇਹ ਕਿਹਾ ਹੈ ਕਿ ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸਤ ਕਰ ਰਹੀ ਹੈ। ਬੋਲਣਾ ਕਿੱਥੇ ਹੈ? ਜੇ ਵਾਹਿਗੁਰੂ ਪਰਮੇਸ਼ਰ ਦੇ ਮਿਲ ਪਿਆਰੇ ਮਿਲਣ, ਸੰਤ ਜਨ ਮਿਲ ਜਾਣ ਬੰਦਗੀ ਕਰਨ ਵਾਲੇ, ਤੇ ਉਹਨਾਂ ਨਾਲ ਗੁਰਮਤ ਦੀ ਵਿਚਾਰ, ਮੁਕਤੀ ਦਾ ਰਾਹ, ਮਾਰਗ ਭਗਤੀ ਦਾ ਪੁੱਛਣਾ ਚਾਹੀਦਾ। ਉਹਨਾਂ ਦੇ ਨਾਲ ਹੀ ਵਿਚਾਰਾਂ ਕਰਨੀਆਂ ਚਾਹੀਦੀਆਂ ਨੇ। ਸੰਤ ਜਨਾਂ ਨਾਲ ਮਿਲ ਕੇ ਸੰਤ ਮਿਲੈ ਕਿਛ ਸੁਣੀਐ ਕਹੀਐ, ਕੁਛ ਉਹਨਾਂ ਕੋਲੋਂ ਸੁਣੀਏ, ਕੁਛ ਆਪਣੇ ਹਿਰਦੇ ਦੀ ਉਹਨਾਂ ਨੂੰ ਦਸੀਏ। ਮਿਲੈ ਹੁਣ ਚੁੱਪ ਕਿੱਥੇ ਰਹਿਣਾ, ਮਿਲੈ ਅਸੰਤ ਮਸਤ ਕਰ ਰਹੀ ਹੈ। ਕਹਿੰਦੇ ਜੇ ਮੂਰਖ ਮਿਲ ਜਾਣ, ਹੁਣ ਮੂਰਖ ਨੂੰ ਕੋਈ ਉਪਦੇਸ਼ ਦੇਣ ਲੱਗੇ ਤੇ ਉਹ ਆਖੇ ਕਿ ਮੈਂ ਤੇਰੇ ਨਾਲੋਂ ਵੱਡਾ ਸਿਆਣਾ ਭਗਤ ਹਾਂ, ਤੇ ਉਹਨੂੰ ਹੀ ਉਪਦੇਸ਼ ਦੇਣ ਲੱਗ ਪਵੇ। ਹੁਣ ਕੋਈ ਡਾਕਟਰ ਦੇ ਕੋਲ ਜਾਵੇ ਦਵਾਈ ਲੈਣ ਵਾਸਤੇ ਤੇ ਆਖੇ ਕਿ ਮੈਨੂੰ ਰੋਗ ਹੈ, ਮੈਂ ਦਵਾਈ ਲੈਣ ਆਇਆ। ਉਹ ਕਹੇ ਠੀਕ ਹੈ ਚੈੱਕ ਕਰਾ, ਤੇ ਉਹ ਕਹਿੰਦਾ ਮੈਂ ਤੈਨੂੰ ਹੀ ਚੈੱਕ ਕਰਾਂਗਾ, ਦਵਾਈ ਮੈਂ ਤੈਨੂੰ ਹੀ ਦੇਵਾਂਗਾ। ਡਾਕਟਰ ਕਹੇਗਾ ਕਿੱਡਾ ਮੂਰਖ ਹੈ ਇਹ, ਆਇਆ ਤਾਂ ਆਪ ਦਵਾਈ ਲੈਣੇ, ਦਵਾਈ ਮੈਨੂੰ ਹੀ ਦੇ ਰਿਹਾ। ਇਸ ਕਰਕੇ ਜਿਹੜੇ ਮੂਰਖ ਲੋਕ ਨੇ ਉਹਨਾਂ ਨਾਲ ਚੁੱਪ ਕੀਤੇ ਰਹਿਣਾ ਹੈ, ਕਿਉਂਕਿ ਬੋਲਤ ਬੋਲਤ ਬੜੇ ਵਿਕਾਰਾ, ਉਹਨਾਂ ਨਾਲ ਬੋਲਦਿਆਂ ਵਾਦ ਵਿਵਾਦ ਹੀ ਵਧਣਾ, ਉਹਨਾਂ ਨੇ ਤੇ ਝਗੜਾ ਹੀ ਕਰਨਾ। ਕੋਈ ਚੱਜ ਦੀ ਸਿਆਣੀ ਗੱਲ ਤਾਂ ਉਹਨਾਂ ਕਰਨੀ ਹੀ ਨਹੀਂ, ਕੋਈ ਗੁਰਮਤ ਦੀ ਗੱਲ ਉਹਨਾਂ ਮੂਰਖਾਂ ਨੇ ਕਰਨੀ ਨਹੀਂ। ਇਸ ਕਰਕੇ ਉਹਨਾਂ ਦੇ ਨਾਲ ਚੁੱਪ ਰਹਿਣਾ ਠੀਕ ਹੈ। ਇਹ ਤੀਨੋਂ ਸ਼੍ਰੀ ਗੁਰ ਕੇ ਸਨਮੁਖ, ਪ੍ਰਤੀ ਉੱਤਰ ਕੋ ਕਹਿਓ ਨਾ ਬੈਨ। ਹੁਣ ਇਹਨਾਂ ਕਾਨਾ ਤਾਂ ਬੋਲਦਾ, ਗੁੱਸੇ ਦੇ ਵਿੱਚ ਅੱਗ ਬਬੂਲਾ ਹੋਇਆ, ਕਹਿ ਕੇ ਨਿਕਲ ਗਿਆ। ਇਹ ਤਿੰਨ ਜਿਹੜੇ ਬਾਕੀ ਬਚੇ ਸਨ, ਪੀਲੋ, ਛੱਜੂ ਤੇ ਸ਼ਾਹ ਹੁਸੈਨ, ਇਹ ਹੁਣ ਸਤਿਗੁਰੂ ਪਾਤਸ਼ਾਹ ਜੀ ਦੇ ਜਦੋਂ ਸਨਮੁਖ ਆਪਣੀ ਰਚਨਾ ਇਹਨਾਂ ਨੇ ਸੁਣਾਈ, ਉਹ ਪ੍ਰਵਾਨ ਨਹੀਂ ਹੋਈ ਤੇ ਅੱਗੋਂ ਹੁਣ ਇਹਨਾਂ ਨੇ ਕੋਈ ਉੱਤਰ ਨਹੀਂ ਦਿੱਤਾ, ਕੋਈ ਬਚਨ ਨਹੀਂ ਬੋਲੇ। ਭਏ ਪ੍ਰਥਮੀ ਸਰਾਪ ਘੋਰ ਭੂ, ਜਾਂ ਤੇ ਸ਼ਾਂਤ ਕੀਨ ਮਨ ਚੈਨ। ਇਹਨਾਂ ਨੇ ਵੇਖ ਲਿਆ ਸੀ, ਪਹਿਲਾਂ ਹੀ ਸੁਣ ਲਿਆ ਸੀ ਕਿ ਕਾਨਾ ਜਦੋਂ ਬੋਲਣ ਲੱਗਾ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਮੁਖ ਵਿੱਚੋਂ ਬਚਨ ਨਿਕਲ ਗਏ, ਉਹ ਤਾਂ ਪਹਿਲਾਂ ਹੀ ਸਰਾਪੀ ਹੋ ਕੇ ਇਥੋਂ ਨਿਕਲ ਗਿਆ। ਇਸ ਕਰਕੇ ਮਨ ਅੰਦਰ ਇਹਨਾਂ ਨੇ ਡਰ ਧਾਰਨ ਕੀਤਾ ਤੇ ਕੋਈ ਵੀ ਜਿਹੜਾ ਬਚਨ ਨੂੰ ਨਹੀਂ ਕੀਤਾ, ਮਨ ਨੂੰ ਜਿਹੜਾ
ਉਹ ਚੈਨ ਕਰ ਲਿਆ, ਮਨ ਅੰਦਰ ਸ਼ਾਂਤੀ ਧਾਰਨ ਕਰ ਲਈ, ਕੁਛ ਅੱਗੋਂ ਬੋਲੇ ਨਹੀਂ। ਅਨਰਸ ਭਇਓ ਸੰਗ ਸ਼੍ਰੀ ਗੁਰ ਕੇ, ਉਠ ਕਰ ਗਮਨ ਲਾਪੁਰ ਔਰ। ਤੇ ਹੁਣ ਰਸ ਦੀ ਗੱਲ ਕੋਈ ਬਣੀ ਨਹੀਂ ਤੇ ਗੁਰ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਆਏ ਸਨ ਰਚਨਾ ਸੁਣਾ ਕੇ ਦਰਜ ਕਰਵਾਉਣ ਵਾਸਤੇ, ਉਹ ਗੱਲ ਨਹੀਂ ਬਣੀ। ਉੱਠ ਕਰ ਗਮਨੇ ਲਵਪੁਰ ਔਰ, ਹੁਣ ਲਾਹੌਰ ਵਾਲੇ ਪਾਸੇ ਨੂੰ ਇਹਨਾਂ ਨੇ ਉੱਠ ਕੇ ਇੱਥੋਂ ਚੱਲਣ ਦੀ ਤਿਆਰੀ ਕੀਤੀ, ਚਾਲੇ ਪਾ ਦਿੱਤੇ। ਸ਼੍ਰੀ ਅੰਮ੍ਰਿਤਸਰ ਨਹੀਂ ਬਾਸ ਕੀਏ, ਬਸ ਨਾ ਚਲਿਓ ਕੁਛ ਲੱਖ ਗੁਰ ਜੋਰ। ਤੇ ਹੁਣ ਇਹਨਾਂ ਨੇ ਅੰਮ੍ਰਿਤਸਰ ਸਾਹਿਬ ਵਿਖੇ ਆਪਣਾ ਵਾਸ ਨਹੀਂ ਕੀਤਾ, ਇੱਥੋਂ ਚੱਲ ਪਏ। ਤੇ ਚੱਲਦਿਆਂ ਹੋਇਆ ਇਹਨਾਂ ਨੇ, ਕਿਉਂਕਿ ਗੁਰੂ ਅੱਗੇ ਕੋਈ ਜ਼ੋਰ ਨਹੀਂ ਸੀ ਚੱਲ ਸਕਦਾ, ਕਿਉਂਕਿ ਚੱਲ ਵੀ ਨਹੀਂ ਸਕਦਾ ਜਿਸ ਨਾਲ ਜ਼ੋਰ ਨਾ ਚੱਲਈ ਖਲੇ ਕੀਚੀ ਅਰਦਾਸ। ਇੱਥੇ ਤਾਂ ਅਰਦਾਸ ਕਰਨੀ ਵੀ ਬਣਦੀ ਹੈ, ਗੁਰੂ ਅੱਗੇ ਜ਼ੋਰ ਨਹੀਂ ਚੱਲ ਸਕਦਾ। ਹੁਣ ਗੁਰੂ ਅੱਗੇ ਕੋਈ ਜ਼ੋਰ ਨਹੀਂ ਸੀ ਚੱਲ ਸਕਦਾ, ਇਸ ਕਰਕੇ ਅੰਮ੍ਰਿਤਸਰ ਵਿਖੇ ਇਹਨਾਂ ਨੇ ਨਿਵਾਸ ਨਹੀਂ ਕੀਤਾ। ਨਿਜ ਆਵਨ ਕੋ ਕਰ ਪਛਤਾਵਨ, ਲਿਓ ਅਨਾਦਰ ਸਰਾਪ ਜੁਕੋਰ। ਹੁਣ ਨਿਜ ਆਵਨ ਕੋ ਕਰ ਪਛਤਾਵਨ, ਹੁਣ ਆਪਣਾ ਆਉਣ ਦਾ ਇੱਥੇ ਬਹੁਤ ਪਛਤਾਵਾ ਕਰਨ ਲੱਗੇ ਕਿ ਇੱਥੇ ਆ ਕੇ ਅਸੀਂ ਅਨਾਦਰ ਹੀ ਪ੍ਰਾਪਤ ਕੀਤਾ ਤੇ ਸ਼ਰਾਬ ਜੋ ਇੱਥੋਂ ਸਾਨੂੰ ਮਿਲਿਆ ਹੈ, ਇਸ ਕਰਕੇ ਮਨ ਅੰਦਰ ਇੱਥੇ ਆਉਣ ਕਰਕੇ ਝੂਰਦੇ ਹਨ, ਪਛਤਾਉਂਦੇ ਹਨ। ਰਹਿਤ ਸਦਨ ਆਪਣੋ ਚਿਤ ਹਰਕਤ, ਕਿਮ ਆਵਤ ਇਮ ਹੋਏ ਇਸ ਠੌਰ। ਆਪਣੇ ਘਰ ਵਿੱਚ ਖੁਸ਼ੀ ਖੁਸ਼ੀ ਰਹਿੰਦੇ, ਇੱਥੇ ਨਾ ਆਉਂਦੇ, ਨਾ ਏਦਾਂ ਦਾ ਸਾਨੂੰ ਅਨਾਦਰ ਪ੍ਰਾਪਤ ਕਰਨਾ ਪੈਂਦਾ। ਇਸੇ ਇੱਥੇ ਚੱਲ ਕੇ ਕਿਉਂ ਆਏ, ਕਿਉਂ ਨਾ ਖੁਸ਼ੀ ਖੁਸ਼ੀ ਆਪਣੇ ਘਰ ਦੇ ਵਿੱਚ ਰਹਿਣਾ ਕੀਤਾ। ਤਬ ਸਿਆੰਦਨ ਮੈਂ ਕਾਨਾ ਜੱਡ ਕਰ ਬੈਠਿਓ, ਪਦਮਾਸਨ ਕੋ ਮਾਰ। ਤੇ ਹੁਣ ਇਹ ਵੀ ਤਿੰਨੇ ਜਣੇ ਚਲੇ ਗਏ। ਹੁਣ ਕਾਨਾ ਤਾਂ ਉਧਰ ਪਹਿਲਾਂ ਹੀ ਬੈਠਾ ਸੀ, ਆਪਣੇ ਰਥ ਦੇ ਵਿੱਚ ਸਵਾਰ ਹੋਇਆ ਤੇ ਰਥ ਤੇ ਚੜ ਕੇ ਕਾਨੇ ਨੇ ਪਦਮ ਆਸਨ ਜਿਹੜਾ ਸੀ ਉਹ ਲਾ ਲਿਆ। ਪਦਮ ਆਸਨ ਲਾ ਕੇ ਰਥ ਦੇ ਉੱਤੇ ਚੜ ਕੇ ਸਵਾਰ ਹੋ ਗਿਆ। ਮਹਾਯੋਗ ਅਭਿਆਸੀ ਪਲ ਤੇ, ਪੌਣ ਚੜਾਈ ਦਸਵੇਂ ਦਵਾਰ। ਮਹਾਨ ਯੋਗ ਸਾਧਨਾ ਇਹਨੇ ਕੀਤੀ, ਅਭਿਆਸ ਕੀਤਾ। ਅਭਿਆਸ ਕਰਕੇ ਇਹਨੇ ਆਪਣੇ ਬਲ ਦੇ ਨਾਲ ਜਿਹੜੇ ਸਵਾਸ ਸਨ, ਉਹ ਸਵਾਸ 10ਵੇਂ ਦਵਾਰ ਤੇ ਇਹਨੇ ਚੜਾ ਲਏ ਹਨ। ਸ਼੍ਰੀ ਅਰਜਨ ਕੇ ਸ਼ਰਾਪ ਕਹੇ ਤੇ, ਚਿਤਵਤ ਚਿਤ ਮੈਂ ਬਹੁ ਡਰ ਧਾਰ। ਤੇ ਹੁਣ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕਹੇ ਹੋਏ ਬਚਨ ਕਿ ਕਾਨਿਆ ਤੂੰ ਤਾਂ 500 ਸਾਲ ਜਿਉਣ ਦੀਆਂ ਗੱਲਾਂ ਕਰ ਰਿਹਾ, ਅਸੀਂ ਤਾਂ ਤੈਨੂੰ ਲਾਹੌਰ ਹੀ ਨਹੀਂ ਪਹੁੰਚਣ ਦੇਣਾ। ਉਹ ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਵੀ ਯਾਦ ਕਰਦਾ ਤੇ ਉਹਦੇ ਕਰਕੇ ਅੰਦਰੋਂ ਡਰਿਆ ਵੀ ਹੋਇਆ ਹੈ। ਨੈ ਸਰੀਰ ਸੁਧ ਟਿਕੇ ਸਵਾਸ ਜਬ, ਗਮਨੇ ਮਾਰਗ ਭਗਤ ਸੁਚਾਰ। ਤੇ ਹੁਣ ਇਹ ਚਾਰੋਂ ਭਗਤ ਆਪਣੇ ਮਾਰਗ ਤੇ ਚੱਲ ਪਏ ਨੇ ਲਾਹੌਰ ਵਾਲੇ ਪਾਸੇ ਨੂੰ, ਪਰ ਇਹਨਾਂ ਨੂੰ ਆਪਣੇ ਸ਼ਰੀਰਾਂ ਦੀ ਸੁੱਧ ਨਹੀਂ। ਅੰਦਰੋਂ ਡਰੇ ਹੋਏ ਨੇ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜੇ ਬਚਨ ਕੀਤੇ ਨੇ ਉਹ ਬਚਨ ਪੂਰੇ ਜ਼ਰੂਰ ਹੋਣਗੇ। ਬਚਨਾ ਕਰਕੇ ਡਰ ਇਹਨਾਂ ਨੇ ਬਾੜਾ ਜਿਹੜਾ ਉਹ ਧਾਰਨ ਕੀਤਾ, ਸ਼ਰੀਰਾਂ ਦੀ ਸੁੱਧ ਨਹੀਂ। ਤੇ ਹੁਣ ਯਤਨ ਕਰਦੇ ਨੇ 10ਵੇਂ ਦਵਾਰ ਤੇ ਸਵਾਸ ਚੜਾਉਣ ਦੇ, ਟਿਕਾਉਣ ਦੇ, ਪਰ ਉਹ ਡਰ ਦੇ ਕਾਰਨ ਇਹਨਾਂ ਦੇ 10ਵੇਂ ਦਵਾਰ ਤੇ ਸਵਾਸ ਨਹੀਂ ਟਿਕ ਰਹੇ। ਚਲਤ ਕੁਸੈਨ ਮਨ ਕਰ ਤੀਨੋ, ਜਾਨੀ ਮਨ ਹੋਏ ਬਿਗਨ ਮਹਾਨ। ਤੇ ਇਹਨਾਂ ਨੇ ਜਦੋਂ ਚੱਲੇ ਤੇ ਮੰਨਿਆ ਕਿ ਕੋਈ ਮਾੜਾ ਸ਼ਗਨ ਹੋਇਆ ਹੈ, ਤੇ ਮਾੜਾ ਸ਼ਗਨ ਜਾਣਦੇ ਨਾਲੇ ਤੁਰੇ ਜਾ ਰਹੇ ਨੇ ਤੇ ਕਹਿਣ ਲੱਗੇ ਕਿ ਹੁਣ ਕੋਈ ਨਾ ਕੋਈ ਵਿਘਨ ਜ਼ਰੂਰ ਆਵੇਗਾ। ਚੱਲਣ ਸਮੇਂ ਜਿਹੜਾ ਮਾੜਾ ਸ਼ਗਨ ਹੋ ਗਿਆ ਹੈ, ਇਸ ਕਰਕੇ ਹੁਣ ਰਸਤੇ ਵਿੱਚ ਕੋਈ ਨਾ ਕੋਈ ਵਿਪਤਾ ਜ਼ਰੂਰ ਪਵੇਗੀ, ਵਿਘਨ ਜ਼ਰੂਰ ਆਵੇਗਾ। ਸਗਰੇ ਪਾਸਰ ਗਮਨੇ ਮਾਰਗ, ਕੇਤਕ ਘਟੀ ਰਿਓ ਦਿਨ ਆਨ। ਹੁਣ ਇਹਨਾਂ ਨੇ ਸਾਰਾ ਦਿਨ ਰਥ ਨੂੰ ਭਜਾਇਆ, ਸਾਰਾ ਦਿਨ ਚੱਲਦੇ ਗਏ, ਕਿਤੇ ਨਹੀਂ ਰੁਕੇ, ਕਿਉਂਕਿ ਮਨ ਵਿੱਚ ਡਰ ਵੀ ਸੀ ਕਿ ਛੇਤੀ ਲਾਹੌਰ ਪਰ ਪਹੁੰਚ ਜਾਈਏ। ਸਾਰਾ ਦਿਨ ਰਥ ਨੂੰ ਚਲਾਈ ਗਏ, ਸਾਰਾ ਦਿਨ ਚੱਲਦਿਆਂ ਬਤੀਤ ਕੀਤਾ। ਇੱਕ ਘੜੀ ਜਦੋਂ ਦਿਨ ਬਾਕੀ ਰਹਿ ਗਿਆ, ਲਾਪੁਰ ਲਗੇ ਬਿਲੋਕਨ ਤਬੋਂ, ਤਰਾਸ ਛੋੜ ਕਰ ਵੀ ਸੁਖ ਮਾਨ। ਤੇ ਜਦੋਂ ਲਾਹੌਰ ਦੇ ਨੇੜੇ ਪਹੁੰਚ ਗਏ, ਇੱਕ ਘੜੀ ਦਿਨ ਉਧਰ ਬਾਕੀ ਰਹਿ ਗਿਆ ਤੇ ਲਾਹੌਰ ਜਿਹੜਾ ਸੀ ਉਹ ਦੂਰੋਂ ਨਜ਼ਰ ਆਉਣ ਲੱਗਾ। ਹੁਣ ਜਦੋਂ ਲਾਹੌਰ ਨਜ਼ਰ ਆਇਆ
ਲਾਹੌਰ ਨੂੰ ਵੇਖ ਕੇ ਇਹਨਾਂ ਨੇ ਹਿਰਦੇ ਦਾ ਜਿਹੜਾ ਡਰ ਸੀ ਉਹ ਤਿਆਗ ਦਿੱਤਾ ਤੇ ਕੁਝ ਜਿਹੜਾ ਸੁੱਖ ਸੀ ਉਹ ਮਹਿਸੂਸ ਕੀਤਾ। सोत जात सिंदन को प्रेरित अत तूरता चल बेठान। ਤੇ ਜਿਹੜਾ ਸੂਤ ਜਾਤ ਰਥਵਾਹੀ ਸੀ ਉਹ ਹੁਣ ਰਥ ਨੂੰ ਭਜਾਉਂਦਾ ਹੈ ਕਿ ਛੇਤੀ ਨਾਲ ਪਹੁੰਚ ਜਾਈਏ। ਦਿਨ ਢਲਣ ਤੋਂ ਪਹਿਲਾਂ, ਰਾਤ ਪੈਣ ਤੋਂ ਪਹਿਲਾਂ ਪਹਿਲਾਂ ਲਾਹੌਰ ਅੰਦਰ ਪ੍ਰਵੇਸ਼ ਕਰ ਜਾਈਏ, ਕੋਈ ਐਸੀ ਵਿਪਤਾ ਹੀ ਨਾ ਆਣ ਪਵੇ। ਹੁਣ ਉਹ ਵੀ ਜਿਹੜਾ ਭਜਾਉਂਦਾ ਹੈ, ਤੇਜ ਦੜਾਉਂਦਾ ਰਥ ਨੂੰ, ਬੜਾ ਯਤਨ ਕਰਦਾ ਹੈ ਭਜਾਉਣ ਦਾ। तिस छिन मैं तिस छिन महा पर भंजन गमनी भंजन ब्रिज अनेकन केर। ਤੇ ਹੁਣ ਜਦੋਂ ਉਧਰੋਂ ਤਾਂ ਲਾਹੌਰ ਦੇ ਨੇੜੇ ਪਹੁੰਚ ਗਏ ਤੇ ਸਤਿਗੁਰ ਕਹੇ ਪਾਤਸ਼ਾਹ ਜੀ ਦੇ ਕਹੇ ਹੋਏ ਬਚਨ ਵੀ ਹੁਣ ਪੂਰੇ ਹੋਣ ਲੱਗੇ ਨੇ। ਤੇਜ ਹਨੇਰੀ ਐਸੀ ਚੱਲੀ ਜਿਵੇਂ ਜਿਹੜੀ ਐਸੀ ਹਨੇਰੀ ਵੱਡੇ ਵੱਡੇ ਜਿਹੜੇ ਬ੍ਰਿਸ਼ ਨੇ ਜੜ੍ਹਾਂ ਤੋਂ ਪੁੱਟ ਕੇ ਸਿੱਟ ਦੇਵੇ, ਵੱਡੇ ਵੱਡੇ ਮੋਛੇ ਦਰਖਤਾਂ ਦੇ ਮੋਛੇ ਪਾ ਦੇਵੇ, ਵੱਡੇ ਵੱਡੇ ਦਰਖਤਾਂ ਨੂੰ ਭੰਨਣ ਵਾਲੀ ਅਚਾਨਕ ਐਸੀ ਤੇਜ ਹਨੇਰੀ ਚੱਲੀ ਹੈ। कंकर सैत धोलब उड़कर पथरी जित कित गगन बडेर। ਤੇ ਕੰਕਰਾਂ ਦੇ ਸਹਿਤ ਐਸੀ ਧੂੜ ਉੱਡੇ, ਐਸੀ ਮਿੱਟੀ ਚਾਰੇ ਪਾਸੇ ਆਕਾਸ਼ ਵਿੱਚ ਫੈਲ ਗਈ। ਆ ਕੁਝ ਦਿਨ ਪਹਿਲਾਂ ਹੀ ਆਪਾਂ ਵੇਖਿਆ ਕਿੰਨੀ ਤੇਜ਼ ਤੂਫਾਨ ਹਨੇਰੀ ਆਈ ਕੰਕਰਾਂ ਦੇ ਸਹਿਤ, ਤੇ ਕਈ ਥਾਵਾਂ ਤੇ ਦੁਰਘਟਨਾ ਵਾਪਰੀਆਂ, ਪਟਿਆਲੇ ਵਿੱਚ ਵੀ ਵਾਪਰੇ। ਸੋ ਐਸੀ ਤੇਜ਼ ਹਨੇਰੀ ਚਲੀ, ਕੰਕਰਾਂ ਦੇ ਸਹਿਤ ਜਿਹੜੀ ਧੂੜ ਸੀ ਉਹ ਚਾਰੇ ਪਾਸੇ ਆਕਾਸ਼ ਦੇ ਵਿੱਚ ਫੈਲ ਗਏ। लोकन पशन बिलोचन मुंदे आगे पाचे जाए ना हेर। ਹੁਣ ਪਸ਼ੂਆਂ ਨੇ, ਲੋਕਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਕਿਉਂਕਿ ਐਸੀ ਕੰਕਰਾਂ ਦੇ ਸਹਿਤ ਤੇਜ਼ ਹਨੇਰੀ ਸੀ, ਧੂੜ ਹੀ ਧੂੜ ਚਾਰੇ ਪਾਸੇ ਅਸਮਾਨ ਦੇ ਵਿੱਚ ਫੈਲ ਗਈ। ਹੁਣ ਅੱਖਾਂ ਖੋਲੀਆਂ ਨਹੀਂ ਜਾਂਦੀਆਂ, ਨਜ਼ਰ ਕੁਛ ਆਉਂਦਾ ਨਹੀਂ। ਇਸ ਕਰਕੇ ਜਿਹੜੇ ਲੋਕ ਸਨ ਤੇ ਪਸ਼ੂ ਸਨ, ਸਾਰਿਆਂ ਨੇ ਆਪਣੀਆਂ ਜਿਹੜੀਆਂ ਅੱਖਾਂ ਸਨ ਉਹ ਬੰਦ ਕਰ ਲਈਆਂ ਨੇ। ਹੁਣ ਅੱਗੇ ਪਿੱਛੇ ਕੁਝ ਨਜ਼ਰ ਨਹੀਂ ਆਉਂਦਾ। व्याकल करे जीव वो जिसने बड़ अंधेरी कीन अंधेर। ਚਾਰੇ ਪਾਸੇ ਹਨੇਰਾ ਛਾ ਗਿਆ ਤੇ ਜਿਹੜੇ ਜੀਵ ਜੰਤੂ ਸਨ ਉਹ ਵਿਆਕੁਲ ਹੋ ਗਏ। ਹੁਣ ਐਸੀ ਗਹਿਰੀ ਧੂੜ ਜਿਹੜੀ ਚੜੀ, ਇੰਨਾ ਤੇਜ਼ ਤੂਫਾਨ ਚੱਲਿਆ ਚਾਰੇ ਪਾਸੇ, ਗਗਨ ਵਿੱਚ ਆਕਾਸ਼ ਵਿੱਚ ਹਨੇਰਾ ਛਾ ਗਿਆ ਚਾਰੇ ਪਾਸੇ। ਹੁਣ ਕੁਝ ਨਜ਼ਰ ਨਹੀਂ ਆਉਂਦਾ, ਜੀਵ ਜੰਤੂ ਜਿਹੜੇ ਨੇ ਉਹ ਵਿਆਕੁਲ ਹੋ ਗਏ। त्रास करे वाहन ते बिद के इस युद्ध फिरे परमत तजरा। ਤੇ ਹੁਣ ਜਿਹੜੇ ਰਥ ਦੇ ਉੱਤੇ ਸਵਾਰ ਸਨ ਤੇ ਜਿਹੜੇ ਘੋੜੇ ਅੱਗੇ ਜੋੜੇ ਹੋਏ ਸਨ, ਉਹ ਹੁਣ ਜਦੋਂ ਤੇਜ਼ ਹਨੇਰੀ ਚੱਲੀ ਉਹ ਵੀ ਡਰ ਗਏ ਤੇ ਉਹਨੂੰ ਡਰ ਕੇ, ਡਰ ਹਿਰਦੇ ਅੰਦਰ ਧਾਰਨ ਕਰਕੇ ਇੱਧਰ ਉੱਧਰ ਨੂੰ ਰਾਹ ਛੱਡ ਕੇ ਇੱਧਰ ਉੱਧਰ ਭਰਮਦੇ ਹੋਏ ਉਲਟ ਰਸਤੇ ਵੱਲ ਨੂੰ ਚੱਲ ਪਏ। जोर जतन कर हाथ जोर तर बहुत सारथी रोकै ताऊ। ਤੇ ਹੁਣ ਜਿਹੜਾ ਰਥਵਾਨ ਸੀ ਉਹਨੇ ਵਾਗਾਂ ਘੋੜਿਆਂ ਦੀਆਂ ਆਪਣੇ ਹੱਥ ਵਿੱਚ ਪਕੜੀਆਂ ਹੋਈਆਂ, ਉਹ ਬੜਾ ਯਤਨ ਕਰਦਾ ਹੈ, ਬੜਾ ਜ਼ੋਰ ਨਾਲ ਖਿੱਚਦਾ ਵਾਗਾਂ ਨੂੰ ਵੀ ਕਿਸੇ ਤਰ੍ਹਾਂ ਇਹ ਰਥ ਰੁਕ ਜਾਵੇ। ਪਰ ਉਹ ਜ਼ਿਆਦਾ ਘੋੜੇ ਹੋਰ ਇੰਨੇ ਡਰੇ ਹੋਏ ਸਨ, ਜਿਉਂ-ਜਿਉਂ ਖਿੱਚਦਾ ਤਿਉਂ-ਤਿਉਂ ਘੋੜੇ ਹੋਰ ਪਾਸੇ ਵੱਲ ਨੂੰ ਖਿੱਚ ਕੇ ਲਈ ਜਾ ਰਹੇ ਨੇ, ਰੁਕਦੇ ਨਹੀਂ। बिकम थान तब उल्टियो रथ गिर काना परयो भूम के माऊ। ਤੇ ਉਹ ਜਿਹੜਾ ਰਥ ਸੀ, ਘੋੜੇ ਉਲਟ ਰਸਤੇ ਵਾਸੇ ਪਾਲੇ ਪਾਸੇ ਨੂੰ ਖਿੱਚ ਕੇ ਲੈ ਗਏ ਤੇ ਉਲਟ ਰਸਤੇ ਵੱਲ ਜਦੋਂ ਘੋੜੇ ਪਏ ਤੇ ਉਲਟ ਰਸਤੇ ਤੇ ਬਿਖਮ ਥਾਂ ਤੇ ਪੈਂਡੇ ਦੇ ਉੱਤੇ ਜਿਹੜਾ ਰਥ ਸੀ ਉਹ ਪਲਟ ਗਿਆ ਤੇ ਕਾਨਾ ਜਿਹੜਾ ਸੀ, ਜਿਹਨੇ ਪਦਮ ਆਸਨ ਲਾਇਆ ਹੋਇਆ ਸੀ, ਰਥ ਦੇ ਉੱਤੇ ਬੈਠਾ ਸੀ, ਕਹਿੰਦਾ ਸੀ 10ਵੇਂ ਦਵਾਰ ਤੇ ਸਵਾਸ ਚੜਾ ਲੈਣੇ ਨੇ ਮੈਂ, ਉਹ ਜਿਹੜਾ ਧਰਤੀ ਦੇ ਉੱਤੇ ਡਿੱਗ ਕੇ ਮਿੱਟੀ ਦੇ ਵਿੱਚ ਮਿਲ ਗਿਆ। मैं सुध लई गई किस होते करै उचावन जे तिस पाऊ। ਹੁਣ ਉਹਦੇ ਡਿੱਗੇ ਦੀ ਕਿਸੇ ਨੂੰ ਕੋਈ ਸੁੱਧ ਸਾਰੀ ਨਾ ਹੋਈ ਕਿਉਂਕਿ ਨਜ਼ਰ ਹੀ ਕੁਛ ਨਹੀਂ ਆ ਰਿਹਾ, ਹਨੇਰਾ ਛਾਇਆ ਹੋਇਆ, ਚਾਰੇ ਪਾਸੇ ਧੂੜ ਚੜੀ ਹੋਈ ਹੈ। ਇਸ ਕਰਕੇ ਉਹਦੇ ਡਿੱਗਣ ਦੀ ਖਬਰ ਕਿਸੇ ਨੂੰ ਪਤਾ ਹੀ ਨਹੀਂ ਲੱਗੀ ਜਿਹੜਾ ਕੋਈ ਉਸ ਨੂੰ ਚੁੱਕ ਲੈਂਦਾ। वाहन दौरत रथ को ऐंचत काने के सिर पर सो जाए। ਹੁਣ ਉਹ ਘੋੜੇ ਜਿਹੜੇ ਸਨ ਹੋਰ ਤੇਜ਼ ਦੌੜਦੇ ਨੇ, ਖਿੱਚਦੇ ਨੇ
ਤੇ ਜਦੋਂ ਦੌੜਦੇ ਨੇ ਉਹਨਾਂ ਨੇ ਰਥ ਨੂੰ ਖਿੱਚਦਿਆਂ ਖਿੱਚਦਿਆਂ ਇਸ ਤਰ੍ਹਾਂ ਦੇ ਨਾਲ ਜਦੋਂ ਦੌੜੇ ਤੇ ਕਾਨੇ ਦੇ ਸਿਰ ਦੇ ਉੱਤੋਂ ਦੇ ਜਿਹੜਾ ਰਥ ਸੀ ਉਹ ਲੰਘ ਗਿਆ ਤੇ ਕਾਨੇ ਦਾ ਜਿਹੜਾ ਸਿਰ ਸੀ ਉਹ ਫੁੱਟ ਗਿਆ। ਫੂਟਿਓ ਨਿਕਸੀ ਮੇਜ ਸੀ ਤੇ ਤਛਨ ਗਏ ਪ੍ਰਾਨ ਬਿਨ ਸਾਏ। ਤੇ ਜਿਹੜਾ ਕਹਿੰਦਾ ਸੀ ਕਿ ਮੈਂ ਤਾਂ ਪ੍ਰਾਣ 10ਵੇਂ ਦਵਾਰ ਤੇ ਚੜਾ ਲੈਣੇ ਨੇ, ਤੁਹਾਡਾ ਬਚਨ ਤਾਂ ਐਵੇਂ ਹੀ ਚਲੇ ਜਾਣਾ ਹੈ, ਮੇਰੀ ਮੌਤ ਹੀ ਨਹੀਂ ਹੋਣੀ। ਹੰਕਾਰੀ ਹੋਇਆ ਬੋਲਦਾ ਸੀ। ਹੁਣ ਇਹਦਾ ਸਿਰ ਜਿਹੜਾ ਸੀ ਫੁੱਟ ਗਿਆ। ਜਿਹੜੇ 10ਵੇਂ ਦਵਾਰ ਤੇ ਨੇ ਸਵਾਸ ਚੜਾਏ ਸਨ ਉਹ ਸਿਰ ਫੁੱਟ ਕੇ ਇਹਦੀ ਮਿੱਝ ਜਿਹੜੀ ਸੀ ਉਹ ਨਿਕਲ ਗਈ ਤੇ ਇਹਦੇ ਪ੍ਰਾਣ ਜਿਹੜੇ ਸਨ ਉਹ ਚਲੇ ਗਏ, ਸਰੀਰ ਵਿੱਚੋਂ ਨਿਕਲ ਗਏ। ਆਪ ਨਹੀਂ ਤਨ ਕੀ ਸੁਧ ਮਾਉ ਜਿਸ ਤੇ ਇਤ ਉਤੈ ਬਚਾਏ। ਤੇ ਹੁਣ ਰਥਵਾਨ ਨੂੰ ਤਾਂ ਆਪਣੇ ਆਪ ਦੀ ਸੁਧ ਨਹੀਂ ਸੀ, ਉਹ ਤਾਂ ਆਪ ਵਿਚਾਰਾ ਵਿਆਕੁਲ ਹੋਇਆ ਪਿਆ ਸੀ ਹਨੇਰੀ ਦੇ ਕਾਰਨ। ਇਸ ਕਰਕੇ ਜਿਹੜਾ ਉਹਨੂੰ ਬਚਾਉਣ ਦਾ ਯਤਨ ਕਰਦਾ ਉਹਨੂੰ ਤਾਂ ਆਪਣੇ ਆਪ ਦੀ ਸੁਧ ਸਾਰ ਨਹੀਂ ਸੀ। ਸੋਨੋ ਚੰਦਨ ਏਰ ਸਾਰਥੀ ਇੱਕ ਤੋਂ ਰਿਓ ਨਹੀਂ ਸੁਧ ਪਾਏ। ਤੇ ਹੁਣ ਵੇਖਿਆ ਜਦੋਂ ਇਹਨਾਂ ਨੇ ਕਿ ਰਥ ਤਾਂ ਖਾਲੀ ਪਿਆ ਹੈ, ਕਾਨਾ ਕਿਤੇ ਨਜ਼ਰ ਨਹੀਂ ਆਉਂਦਾ। ਤੇ ਹੁਣ ਸਾਰੇ ਇਹ ਵੇਖ ਕੇ ਇਹਨਾਂ ਨੇ ਕਿ ਉਹ ਨਜ਼ਰ ਨਹੀਂ ਆ ਰਿਹਾ, ਕਾਨਾ ਕਿੱਧਰ ਗਿਆ, ਕਾਨਾ ਭਗਤ ਉੱਪਰ ਬੈਠਾ ਹੀ ਨਹੀਂ। ਸੇ ਹੁਣ ਜਦੋਂ ਰਥ ਖਾਲੀ ਵੇਖਿਆ ਉਹਦੀ ਸੁਧ ਸਾਰ ਨਹੀਂ ਆ ਰਹੀ, ਕਿਤੇ ਨਜ਼ਰ ਨਹੀਂ ਆ ਰਿਹਾ। ਪਾਇਓ ਵਿਸਾਲ ਮੋਰ ਤਤਕਾਲੈ ਹਟੀ ਟੋਲ ਜੁਤ ਬਿਮਲ ਆਕਾਸ਼। ਤੇ ਹੁਣ ਇੱਧਰ ਕਾਨੇ ਦੀ ਮੌਤ ਹੋ ਗਈ ਤੇ ਉਧਰ ਜਿਹੜੀ ਉਹ ਤੇਜ ਹਨੇਰੀ ਸੀ ਉਹ ਵੀ ਰੁਕ ਗਈ। ਜਿਹੜਾ ਹਨੇਰਾ ਛਾਇਆ ਹੋਇਆ ਸੀ ਚਾਰੇ ਪਾਸੇ ਆਕਾਸ਼ ਦੇ ਵਿੱਚ ਕੁਝ ਨਜ਼ਰ ਨਹੀਂ ਸੀ ਆਉਂਦਾ, ਅੱਖਾਂ ਵੀ ਨਹੀਂ ਸਨ ਖੁੱਲ ਰਹੀਆਂ। ਤੇ ਸਤਿਗੁਰ ਪਾਤਸ਼ਾਹ ਜੀ ਦੇ ਬਚਨ ਜਿਹੜੇ ਨੇ ਉਹ ਪੂਰੇ ਹੋਏ ਨੇ। ਇਹ ਹੰਕਾਰੀ ਦੇ ਪ੍ਰਾਣ ਨਿਕਲ ਗਏ ਤੇ ਉਹ ਤੇਜ ਹਨੇਰੀ ਜਿਹੜੀ ਸੀ ਉਹ ਰੁਕ ਗਈ। ਉਸੇ ਤਤਕਾਲ ਉਸੇ ਵਕਤ ਹਨੇਰੀ ਜਿਹੜੀ ਸੀ ਰੁਕ ਗਏ ਤੇ ਜਿਹੜਾ ਆਕਾਸ਼ ਸੀ ਉਹ ਪਹਿਲਾਂ ਦੀ ਤਰ੍ਹਾਂ ਐਨ ਸਾਫ਼ ਹੋ ਗਿਆ। ਖੋਲ ਬਿਲੋਚਨ ਲਗੇ ਬਿਲੋਕਨ ਮਾਰ ਤੰਡ ਕੋ ਭਇਓ ਪ੍ਰਕਾਸ਼। ਹੁਣ ਸਾਰਿਆਂ ਦੀਆਂ ਅੱਖਾਂ ਖੁੱਲ ਗਈਆਂ ਜਦੋਂ ਹਨੇਰੀ ਰੁਕ ਗਈ, ਆਕਾਸ਼ ਸਾਫ਼ ਹੋ ਗਿਆ ਤੇ ਸੂਰਜ ਦੀ ਰੋਸ਼ਨੀ ਪਹਿਲਾਂ ਦੀ ਤਰ੍ਹਾਂ ਦਮਕਾਂ ਮਾਰਨ ਲੱਗੀ। ਚਾਰੇ ਪਾਸੇ ਸੂਰਜ ਦਾ ਪ੍ਰਕਾਸ਼ ਹੋ ਗਿਆ। ਅੱਖਾਂ ਖੁੱਲਣ ਦੇ ਨਾਲ ਸਾਰਾ ਕੁਝ ਨਜ਼ਰ ਆਉਣ ਲੱਗਾ। ਦੇਖਿਓ ਪਰਿਓ ਸੀਸ ਜਿਸ ਫੂਟਿਓ ਸ਼੍ਰੀ ਗੁਰ ਬਚਤੇ ਪ੍ਰਾਨ ਬਿਨਾਸ਼। ਹੁਣ ਜਦੋਂ ਨਜ਼ਰ ਆਇਆ, ਅੱਖਾਂ ਖੁੱਲੀਆਂ, ਸੂਰਜ ਦੀ ਰੋਸ਼ਨੀ ਹੋਈ ਤੇ ਵੇਖਿਆ ਕਿ ਕਾਨਾ ਜ਼ਮੀਨ ਤੇ ਪਿਆ, ਜਿਹਦਾ ਸਿਰ ਫੁੱਟਿਆ ਹੋਇਆ, ਪਾਟਿਆ ਹੋਇਆ ਤੇ ਜਿਹਦੇ ਪ੍ਰਾਣ ਜਿਹੜੇ ਉਹਨੂੰ ਨਿਕਲ ਚੁੱਕੇ ਨੇ। ਜਿਹੜਾ ਸਰੀਰ ਦਾ ਤਿਆਗ ਕਰਕੇ ਜਿਹੜੇ ਸਰੀਰ ਦਾ ਹੰਕਾਰ ਕਰਦਾ ਸੀ, ਪਾਤਸ਼ਾਹ ਕਹਿੰਦੇ ਜਿਹੜੇ ਪਿੰਜਰੇ ਦਾ ਤੂੰ ਇਹਨਾਂ ਦਾ ਹੱਡੀਆਂ ਦਾ ਬਣਿਆ ਪਿੰਜਰਾ ਜਿਹਦਾ ਮਾਣ ਕਰਨਾ, ਕਾਹਦਾ ਮਾਣ ਹੈ? ਇਹਦਾ ਕੀ ਪਤਾ ਕਦੋਂ ਕਿੱਥੇ ਬਿਨਸ ਜਾਣਾ ਹੈ, ਕਿੱਥੇ ਕਾਲ ਨੇ ਆ ਪਹੁੰਚਣਾ, ਇਹਦਾ ਮਾਣ ਨਾ ਕਰ। ਪਰ ਕਹਿੰਦਾ ਸੀ ਮੇਰੀ ਮੌਤ ਨਹੀਂ ਹੋ ਸਕਦੀ। ਤੇ ਹੁਣ ਉਹ ਵੇਖਿਆ ਕਿ ਉਹਦਾ ਜਿਹੜਾ ਸਿਰ ਫੁੱਟਿਆ ਪਿਆ, ਪ੍ਰਾਣ ਜਿਹੜੇ ਨੇ ਉਹ ਨਿਕਲੇ ਹੋਏ ਨੇ। ਹਾਹਾਕਾਰ ਸੋ ਕਰਤੇ ਉਠਾਇਓ ਲੈ ਪੁਰ ਗਮਨਿਓ ਤਨ ਬਿਨ ਸਵਾਸ। ਹੁਣ ਹਾਹਾਕਾਰ ਕਰਦਿਆਂ ਇਹ ਕਾਨੇ ਦੇ ਉਸ ਸਰੀਰ ਨੂੰ ਚੁੱਕ ਕੇ, ਜਿਹੜਾ ਬਿਨਾਂ ਸਵਾਸਾਂ ਤੋਂ ਤਨ ਸੀ, ਸਰੀਰ ਜਿਸ ਵਿੱਚੋਂ ਸਵਾਸ ਨਿਕਲ ਚੁੱਕੇ ਸਨ, ਉਹ ਤਨ ਨੂੰ ਚੁੱਕ ਕੇ, ਸਰੀਰ ਨੂੰ ਚੁੱਕ ਕੇ ਇਹ ਤਿੰਨੋਂ ਜਣੇ ਲਾਹੌਰ ਪਹੁੰਚਦੇ ਨੇ। ਸੰਸਕਾਰਨ ਬਿਲ ਨਰ ਨੇ ਉਚਾਰਿਓ ਕਹਾਂ ਪਇਓ ਇਸ ਬੈਸ ਮਾਨ। ਤੇ ਉੱਥੇ ਜਾ ਕੇ ਹੁਣ ਲਾਹੌਰ ਦੇ ਵਿੱਚ ਸੰਸਕਾਰ ਦੀ ਤਿਆਰੀ ਕੀਤੀ ਗਈ। ਜਦੋਂ ਸੰਸਕਾਰ ਕਰਨ ਲੱਗੇ ਤੇ ਸਾਰੇ ਲੋਕ ਮਿਲ ਕੇ ਪੁੱਛਣ ਲੱਗੇ ਕਿ ਇਹ ਤਾਂ ਕਹਿੰਦਾ ਸੀ ਮੇਰੀ ਉਮਰ ਬਹੁਤ ਲੰਬੀ ਹੈ, ਮੈਂ ਤਾਂ 500 ਸਾਲ ਜੇ ਜੀਵਤ ਰਹਿਣਾ ਹੈ, ਹੁਣ ਇਹਦੀ ਲੰਬੀ ਉਮਰ ਕਿੱਥੇ ਗਈ? ਤੇ ਉੱਥੇ ਹੁਣ ਅੱਗੇ ਕਿਵੇਂ ਦੱਸਦੇ ਨੇ ਕਿ ਸਤਿਗੁਰੂ ਪਾਤਸ਼ਾਹ ਜੀ ਜੋ ਪਾਰ ਬ੍ਰਹਮ ਪਰਮੇਸ਼ਵਰ ਸਵਰੂਪ ਨੇ, ਉਹਨਾਂ ਦਾ ਬਚਨ ਜਿਹੜਾ ਮੁਖ ਚੋਂ ਨਿਕਲ ਗਿਆ, ਚਾਹੇ ਦੁੱਖ ਦੇ ਬਾਬਤ ਨਿਕਲ ਗਿਆ, ਸੁੱਖ ਦੇ ਬਾਬਤ ਨਿਕਲ ਗਿਆ, ਉਹ ਬਚਨ ਟਲ ਨਹੀਂ ਸਕਦਾ, ਉਹ ਬਚਨ ਅਟਲ ਹੈ। ਤੇ ਸਤਿਗੁਰ ਦੇ ਕਹੇ ਬਚਨਾਂ ਮੁਤਾਬਕ ਇਹਦੀ ਮੌਤ ਹੋਈ ਹੈ। ਕਿਵੇਂ ਲਾਹੌਰ ਵਾਸੀਆਂ ਨੂੰ ਦੱਸਦੇ ਨੇ, ਆਪਾਂ ਅਗਲੇਰੇ ਕੱਲ ਦੇ ਪ੍ਰਕਰਣ ਅੰਦਰ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਸਮਾਪਤੀ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਵਾਚਦਿਆਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਭੁੱਲਾਂ ਨਾ ਚਿਤਾਰਨੀਆਂ, ਆਸੀਸ ਬਖਸ਼ਣੇ। ਸਤਿਗੁਰੂ ਪਾਤਸ਼ਾਹ ਜੀ ਅੱਗੇ ਲਈ ਸੁਮਤ ਪ੍ਰਦਾਨ ਕਰਨ।